ਮੋਦੀ ਜੀ ਨੇ ਪਹਿਲਾਂ ਬੋਲਤਾ ਸੀ ਕਿ ਸਾਰੇ ਇੰਡਸਟਰੀਲਿਸਟ ਸਾਰੀਆਂ ਸੰਸਥਾਵਾਂ ਆਪਣੇ ਮਜ਼ਦੂਰਾਂ ਨੂੰ ਪੂਰੀ ਤਨਖਾਹ ਦਿੰਦੇ ਰਹਿਣ, ਬੋਲਤੀ। ਪ੍ਰੈਕਟਿਸ ਕੀ ਹੈ? 10 ਕਰੋੜ ਮਜ਼ਦੂਰਾਂ ਨੂੰ ਪਿਛਲੇ ਇੱਕ ਮਹੀਨੇ ਦੀ ਤਨਖਾਹ ਬਿਲਕੁਲ ਹੀ ਨਹੀਂ ਮਿਲੀ। ਪੂਰੀ ਤਾਂ ਪੂਰੀ ਦੀ ਤਾਂ ਕੀ ਗੱਲ ਹੈ, ਬਿਲਕੁਲ ਮਿਲੀ ਹੋਣੀ, ਜਿਹਦੇ ਕਰਕੇ ਉਹਨਾਂ ਦੀ ਭੁੱਖੇ ਮਰਨ ਦੀ ਜਾਂ ਉਸ ਲੈਵਲ ਦੀ ਨੌਬਤ ਆਈ। ਇੱਕ ਬਹੁਤ ਵੱਡਾ ਸਵਾਲ ਸਾਰੇ ਅਰਥਸ਼ਾਸਤਰੀ ਇਹ ਉਠਾ ਰਹੇ ਨੇ ਵੀ ਇਹ ਪੈਸਾ ਲਿਆਓਗੇ ਕਿੱਥੋਂ? ਹੁਣ ਤੱਕ ਤਾਂ ਕਹਿੰਦੇ ਸੀ ਸਾਡੇ ਕੋਲ ਪੈਸਾ ਹੈ ਨਹੀਂ, ਇਹ ਪੈਸਾ ਕਿੱਥੋਂ ਆਊਗਾ? ਗਵਰਨਮੈਂਟ ਆਫ ਇੰਡੀਆ ਕੋਲ ਅੱਜ ਤੱਕ ਕਿੰਨੇ ਪ੍ਰਵਾਸੀ ਮਜ਼ਦੂਰ ਨੇ ਆਰਟੀਆਈ 'ਚ ਇਨਫੋਰਮੇਸ਼ਨ ਮੰਗੀ ਗਈ ਸੀ? ਉਹਦਾ ਕੋਈ ਡਾਟਾ ਨਹੀਂ। ਜਦ ਤੁਹਾਡੇ ਕੋਲ ਕੋਈ ਡਾਟਾ ਹੀ ਨਹੀਂ ਹੈ, ਤੁਸੀਂ ਉਹਨਾਂ ਦੇ ਖਾਤਿਆਂ 'ਚ ਪੈਸੇ ਕਿਵੇਂ ਦੇ ਦਿਓ? ਪ੍ਰਾਈਮ ਮਿਨਿਸਟਰ ਨੇ ਮਜ਼ਦੂਰਾਂ ਬਾਰੇ ਬੋਲਿਆ ਕੀ ਹੈ? ਉਹਨੇ ਇਹ ਬੋਲਿਆ ਕਿ ਤਿਆਗ ਕਰ ਰਹੇ ਨੇ, ਕੁਰਬਾਨੀ ਕਰ ਰਹੇ ਨੇ। ਤਿਆਗ ਤੇ ਕੁਰਬਾਨੀ ਬੰਦਾ ਮਜਬੂਰੀ 'ਚ ਨਹੀਂ ਕਰਦਾ ਹੁੰਦਾ। ਤਿਆਗ ਤੇ ਕੁਰਬਾਨੀ ਤਾਂ ਕਿਸੇ ਜਜ਼ਬੇ ਨਾਲ ਕਰਦਾ। ਤੁਸੀਂ ਕਿਸੇ ਉਦੇਸ਼ ਲਈ ਚੱਲੇ ਹੋ, ਉੱਥੇ ਕੁਰਬਾਨ ਹੋ ਜਾਂਦੇ ਹੋ। ਤੁਸੀਂ ਉਹਨੂੰ ਉਲਟੀ ਇਹੋ ਜਿਹੀ ਸ਼ਬਦਾਵਲੀ ਮੁਲੰਮਾ ਚੜਾ ਕੇ ਉਹਦੀ ਜਿਹੜੀ ਪੀੜ ਹੈ, ਜਿਹੜਾ ਉਹਦਾ ਦਰਦ ਹੈ, ਇਹਨੂੰ ਮਹਿਸੂਸ ਕਰਨ ਦੀ ਬਜਾਏ ਸੋਸਾਇਟੀ ਦੇ ਸਾਹਮਣੇ ਵੀ ਇੱਕ ਗਲਤ ਪਰਸੈਪਸ਼ਨ, ਇੱਕ ਗਲਤ ਧਾਰਨਾ ਪੇਸ਼ ਕਰ ਰਹੇ ਹੋ ਕਿ ਉਹ ਕੁਰਬਾਨੀ ਤੇ ਤਿਆਗ ਕਰ ਰਹੇ ਨੇ। ਇਹੋ ਜਿਹੀ ਕੁਰਬਾਨੀ ਉਹ ਤੁਹਾਡੇ ਤੋਂ ਵੀ ਮੰਗ ਰਹੇ ਨੇ, ਇਹੋ ਜਿਹੀ ਕੁਰਬਾਨੀ ਉਹ ਅਮੀਰ ਬੰਦੇ ਤੋਂ ਵੀ ਮੰਗ ਰਹੇ ਨੇ। ਤੁਸੀਂ ਵੀ ਜਾ ਕੇ ਕਰ ਲਓ ਕੁਰਬਾਨੀ ਦੇਸ਼ ਲਈ। ਦੇਸ਼ ਦੇ ਮਾਲਕ ਤੁਸੀਂ ਬੈਠੇ ਹੋ, ਕੁਰਬਾਨ ਹਰ ਵਕਤ ਉਹੀ ਹੋਈ ਜਾਵੇ ਬੰਦਾ। ਜੇ ਕੋਈ ਕਾਨੂੰਨ ਹੋਵੇ ਕਿਸੇ ਦੇਸ਼ ਦੇ ਵਿੱਚ ਇਸ ਪੱਧਰ ਦਾ, ਤਾਂ ਉਹ ਪ੍ਰਾਈਮ ਮਿਨਿਸਟਰ ਤੇ ਚੀਫ ਮਿਨਿਸਟਰ ਤੇ ਪਰਚਾ ਦਰਜ ਹੋ ਜਾਣਾ ਚਾਹੀਦਾ। ਸਤਿ ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵਿੰਦਰ ਕੌਰ। ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਮੁਲਕ ਨੂੰ ਸੰਬੋਧਨ ਕਰਦਿਆਂ 20 ਲੱਖ ਕਰੋੜ ਦਾ ਪੈਕੇਜ ਦੇਣ ਦਾ ਐਲਾਨ ਕੀਤਾ ਹੈ, ਜਿਹਦੇ ਵਿੱਚ ਉਹ ਵੀ ਸਾਰਾ ਕੁਝ ਸ਼ਾਮਲ ਹੈ ਜੋ ਆਰਬੀਆਈ ਵਗੈਰਾ ਵੱਲੋਂ ਜਾਂ ਸਰਕਾਰ ਵੱਲੋਂ ਪਹਿਲਾਂ ਹੀ ਆਪਣੇ ਤੌਰ 'ਤੇ ਜੋ ਉਪਰਾਲੇ ਕੀਤੇ ਜਾ ਰਹੇ ਹਨ, ਉਹ ਸਾਰਾ ਪੈਸਾ ਵੀ ਇਹਦੇ ਵਿੱਚ ਸ਼ਾਮਲ ਹੈ। ਇਸ ਦੇ ਨਾਲ ਹੀ ਕਰੋਨਾ ਕਰਕੇ ਚੱਲ ਰਹੇ ਲੋਕਡਾਊਨ ਕਰਕੇ ਥਾਂ ਥਾਂ ਤੋਂ ਮਜ਼ਦੂਰ ਆਪਣੇ ਪਿੱਤਰੀ ਸੂਬਿਆਂ ਵਿੱਚ ਪਰਤ ਰਹੇ ਹਨ, ਪੈਦਲ ਤੁਰ ਕੇ। ਉਹਨਾਂ ਦੇ ਦੁੱਖਾਂ ਦਾ ਕੋਈ ਅੰਤ ਨਹੀਂ ਹੈ। ਅਤੇ ਇਹ ਸਾਰੇ ਕਾਸੇ ਦੇ ਵਿੱਚ ਹੀ ਲੇਬਰ ਲਾਅ ਸਰਕਾਰ ਵੱਲੋਂ ਰੱਦ ਕੀਤੇ ਜਾ ਰਹੇ ਹਨ। ਆਮ ਮਨੁੱਖ ਦੀ ਹੋਣੀ, ਗਰੀਬ ਕਿਰਤੀ ਦੀ ਹੋਣੀ, ਜੋ ਅਣਸੰਗਠਿਤ ਤਾਂ ਹੈ ਹੀ ਅਤੇ ਉਹਦੀ ਕੋਈ ਬਾਂਹ ਫੜਨ ਵਾਲਾ ਨਹੀਂ, ਅਤੇ ਉਹਦੀ ਹੋਣੀ ਹੋਰ ਬਦਤਰ ਹੋਣ ਦਾ ਖਦਸ਼ਾ ਹੈ ਵੀ, ਚੱਲ ਵੀ ਰਿਹਾ ਜਿਸ ਤਰ੍ਹਾਂ ਉਹ ਆਪਣੇ ਆਪਣੇ ਪਿੰਡਾਂ ਨੂੰ ਪਰਤ ਰਹੇ ਹਨ। ਇਹ ਸਾਰੇ ਸੰਕਟ ਬਾਰੇ ਅਤੇ ਆਮ ਕਿਰਤੀ ਮਨੁੱਖ ਦੇ ਸੰਤਾਪ ਨੂੰ ਲੈ ਕੇ ਸਾਰੀ ਗੱਲਬਾਤ ਅੱਜ ਅਸੀਂ ਗੱਲ ਕਰਦੇ ਹਾਂ ਹਮੀਰ ਸਿੰਘ ਹੋਰਾਂ ਨਾਲ, ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਨੇ, ਨਿਊਜ਼ ਕੋਆਰਡੀਨੇਟਰ ਨੇ। ਹਮੀਰ ਸਿੰਘ ਜੀ, ਟੀਵੀ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਮੀਰ ਸਿੰਘ ਜੀ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਲੋਕਡਾਊਨ ਦੇ ਦਰਮਿਆਨ ਸਥਿਤੀਆਂ ਵੱਸੋਂ ਬਾਹਰੀਆਂ ਹੋ ਰਹੀਆਂ ਨੇ, ਜੋ ਇਹ ਸਾਰੇ ਕਾਸੇ ਨੂੰ ਕਾਬੂ ਕਰਨ ਲਈ ਅਤੇ ਸਥਿਤੀਆਂ ਬਿਹਤਰ ਬਣਾਉਣ ਲਈ ਆਰਥਿਕਤਾ ਨੂੰ ਠੁੰਮਣਾ ਦੇਣ ਦੇ ਨਾਂ 'ਤੇ 20 ਲੱਖ ਕਰੋੜ ਦਾ ਜੋ ਪੈਕੇਜ ਐਲਾਨਿਆ ਹੈ, ਅਤੇ ਇਸੇ ਦੌਰਾਨ ਹੀ ਜੋ ਕਿਰਤੀਆਂ ਨਾਲ ਸਰਕਾਰ ਵੱਲੋਂ ਸਿੱਧੇ ਹੀ ਤੌਰ 'ਤੇ ਸਿੱਧਮ ਸਿੱਧੀ ਠੱਗੀ ਮਾਰੀ ਜਾ ਰਹੀ ਹੈ ਲੇਬਰ ਲਾਜ਼ ਵਿੱਚ ਤਬਦੀਲੀ ਕਰਕੇ, ਇਹ ਸਾਰੇ ਕਾਸੇ ਦਾ ਕੀ ਇੰਪੈਕਟ ਹੋਵੇਗਾ? ਅਤੇ ਪ੍ਰਧਾਨ ਮੰਤਰੀ ਦੇ 20 ਲੱਖ ਕਰੋੜ ਦਾ ਮਤਲਬ ਕੀ ਹੈ? ਕੀ ਕਹਿਣਾ ਚਾਹੁੰਦੇ ਨੇ ਉਹ? ਅਸਲ ਦੇ ਵਿੱਚ ਇਹ ਹੈ ਕਿ ਦੁਨੀਆ ਭਰ ਦੇ ਆਰਥਿਕ ਮਾਹਰ ਅਤੇ ਸਾਡੇ ਦੇਸ਼ ਦੇ ਆਰਥਿਕ ਮਾਹਰ ਲਗਾਤਾਰ ਇੱਕ ਦਬਾਅ ਬਣਾ ਰਹੇ ਸੀ। ਇਹ ਆਪਣੀ ਮਾਹਰਾਨਾ ਰਾਏ ਦੇ ਰਹੇ ਸੀ ਕਿ GDP ਦੇ 10% ਤੋਂ ਘੱਟ ਅਰਥ ਵਿਵਸਥਾ ਦੇ ਵਿੱਚ ਨੂੰ ਹਲੂਣਾ ਦਿੱਤਾ ਨਹੀਂ ਜਾ ਸਕਦਾ। ਪ੍ਰਧਾਨ ਮੰਤਰੀ ਨੇ ਉਹਨਾਂ ਦੀ ਰਾਏ ਮੰਨਦੇ ਵੀ 1.5 ਤੋਂ ਪੌਣੇ 2 ਮਹੀਨੇ ਗੁਜ਼ਾਰਤੇ ਨੇ, ਔਰ ਜਿਹਦੇ ਕਰਕੇ ਜੇ ਸ਼ਾਇਦ ਕੁਝ ਚੀਜ਼ਾਂ ਪਹਿਲਾਂ ਕੀਤੀਆਂ ਜਾਂਦੀਆਂ ਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਮਜ਼ਦੂਰਾਂ ਨੂੰ ਨਾ ਪੈਦਲ ਸੜਕ 'ਤੇ ਚੱਲਣਾ ਪੈਂਦਾ, ਲੱਖਾਂ ਦੀ ਤਾਦਾਦ ਦੇ ਵਿੱਚ ਨਾ ਭੁੱਖੇ ਮਰਨਾ ਪੈਂਦਾ, ਨਾ ਐਡੀ ਹਿਊਮਨ ਟ੍ਰੈਜਡੀ ਸਾਡੇ ਸਾਹਮਣੇ ਆਉਂਦੀ। ਔਰ ਇਹਦੇ ਨਾਲ ਦੀ ਨਾਲ ਇੱਕ ਗੱਲ ਹੋਰ ਬਹੁਤ ਵੱਡੀ ਜਿਹੜੀ ਹੋਈ ਹੈ, ਔਰ ਉਹ ਇਹ ਹੈ ਕਿ ਹੁਣ ਤੱਕ ਇੱਕ ਜਿਹੜਾ ਇਕੱਠੇ ਕੀਤੇ ਅਲੱਗ-ਅਲੱਗ ਸੂਬਿਆਂ ਤੋਂ ਆંકੜੇ 380 ਮਜ਼ਦੂਰਾਂ ਦੀ ਜਾਨ ਚਲੀ ਗਈ ਹੈ। ਐਂ ਪੈਦਲ ਜਾਂਦੇ, ਕੋਈ ਟ੍ਰੇਨ ਦੇ ਹੇਠ 16 ਆ ਗਏ, ਕੋਈ ਬੱਸ ਨੇ ਮਾਰਤੇ, ਕੋਈ ਵੈਸੇ ਦਮ ਤੋੜ ਗਿਆ ਕਿਸੇ ਨਾ ਕਿਸੇ ਰੂਪ 'ਚ। ਉਹ 380 ਇੱਕ ਤਰ੍ਹਾਂ ਦੇ ਕਤਲ ਨੇ, ਕਿਉਂਕਿ ਸਾਡੀ ਸਟੇਟ ਨੇ ਕੋਈ ਲਾਕਡਾਊਨ ਜਿਹੜਾ ਕੀਤਾ ਉਹ ਕੋਈ ਪਹਿਲਾਂ ਨਹੀਂ ਕੀਤਾ ਸੋਚ ਕੇ, ਜਾਂ ਹਫ਼ਤੇ ਦਾ ਸਮਾਂ ਦੇ ਦਿਓ ਕਿਸੇ ਨੂੰ, ਜਾਂ ਕੁਝ ਟਾਈਮ ਦੇ ਦਿਓ ਤਾਂ ਕਿ ਉਹ ਆਪਣਾ ਪ੍ਰਬੰਧ ਕਰ ਲਏ। ਲੋਕਾਂ ਨੇ ਫਿਰ ਵੀ ਸਬਰ ਰੱਖਿਆ। ਪਹਿਲੇ ਲਾਕਡਾਊਨ ਦਾ ਜਿਹੜਾ 24 ਮਾਰਚ ਤੋਂ ਲੈ ਕੇ ਪਹਿਲਾਂ ਵੀ ਰੱਖਿਆ, ਫਿਰ ਦੂਜੇ ਤੱਕ ਥੋੜ੍ਹਾ ਜਿਹਾ ਰੌਲਾ ਪਿਆ। ਉਹਨਾਂ ਨੇ ਕਿਹਾ ਵੀ ਨਹੀਂ,
ਜਦੋਂ ਤੀਜੀ ਵਾਰ ਵੀ ਕਰਤਾ ਫਿਰ ਉਹਨਾਂ ਨੇ ਕਿਹਾ ਵੀ ਇਹ ਤਾਂ ਕੰਮ ਗੜਬੜ ਹੈ, ਤਾਂ ਉਹ ਬਹੁਤ ਵੱਡੇ ਪੱਧਰ ਤੇ ਜਿਹੜੇ ਮਜ਼ਦੂਰ ਜਾਣ ਲੱਗੇ। ਔਰ ਇਹ ਸਾਰੇ ਜਿਹੜੀ ਪ੍ਰਕਿਰਿਆ ਓਵਰਆਲ ਹੈ ਇਹ ਵੀ ਅਜੇ ਸ਼ੱਕ ਦੇ ਘੇਰੇ ਦੇ ਵਿੱਚ ਹੈ, ਕਿਹਨੂੰ ਕੀ ਮਿਲਣਾ ਕਿਹਨੂੰ ਕੀ ਨਹੀਂ ਮਿਲਣਾ। ਉਹਦਾ ਕਾਰਨ ਇਹ ਹੈ ਕਿ ਕਰੋਨਾ ਨੇ ਜਿਹੜਾ ਸੰਦੇਸ਼ ਦਿੱਤਾ ਲੋਕਾਂ ਨੂੰ, ਦੁਨੀਆ ਨੂੰ, ਸਾਡੇ ਦੇਸ਼ ਨੂੰ ਜਾਂ ਦੇਸ਼ ਤੋਂ ਅੱਗੇ ਬਾਕੀ ਦੇ ਲੋਕਾਂ ਨੂੰ, ਉਹ ਸੰਦੇਸ਼ ਤਾਂ ਇੱਕ ਉਲਟ ਦਿੱਤਾ ਹੈ। ਬਲਕਿ ਸੰਦੇਸ਼ ਇਹ ਦਿੱਤਾ ਹੈ ਕਿ ਨਾ ਉਹਨਾਂ ਬਹੁਤ ਵੱਡੀ ਗਿਣਤੀ 'ਚ ਲੋਕਾਂ ਨੂੰ ਇੰਡਸਟਰੀ ਨੇ ਮਤਲਬ ਕਬੂਲ ਕੀਤਾ ਕਿ ਅਸੀਂ ਤੁਹਾਡੀਆਂ ਇਹ ਚੀਜ਼ਾਂ ਕਰਦੇ ਹਾਂ। ਸਾਡੇ ਦੇਸ਼ ਦੇ ਵਿੱਚ ਹੀ ਅੰਕੜਾ ਹੈ, ਔਰ ਇਹ ਇੰਡਸਟਰੀਲਿਸਟਾਂ ਦੇ ਵੱਲੋਂ ਆਇਆ ਅੰਕੜਾ ਹੈ, 10 ਕਰੋੜ ਬੰਦੇ ਨੂੰ ਮੋਦੀ ਜੀ ਨੇ ਪਹਿਲਾਂ ਬੋਲਤਾ ਸੀ ਕਿ ਸਾਰੇ ਇੰਡਸਟਰੀਲਿਸਟ, ਸਾਰੀਆਂ ਸੰਸਥਾਵਾਂ ਆਪਣੇ ਮਜ਼ਦੂਰਾਂ ਨੂੰ ਪੂਰੀ ਤਨਖਾਹ ਦਿੰਦੇ ਰਹਿਣ, ਬੋਲਤੀ। ਪ੍ਰੈਕਟਿਸ ਕੀ ਹੈ? 10 ਕਰੋੜ ਮਜ਼ਦੂਰਾਂ ਨੂੰ ਪਿਛਲੇ 1 ਮਹੀਨੇ ਦੀ ਤਨਖਾਹ ਬਿਲਕੁਲ ਹੀ ਨਹੀਂ ਮਿਲੀ। ਪੂਰੀ ਤਾਂ ਪੂਰੀ ਦੀ ਤਾਂ ਕੀ ਗੱਲ ਹੈ, ਬਿਲਕੁਲ ਮਿਲੀ ਉਹ ਨਹੀਂ, ਜਿਹਦੇ ਕਰਕੇ ਉਹਨਾਂ ਦੀ ਭੁੱਖੇ ਮਰਨ ਦੀ ਜਾਂ ਉਸ ਲੈਵਲ ਦੀ ਨੌਬਤ ਆਈ ਹੈ। ਔਰ ਜਿਹੜੇ ਬਿਆਨ ਨੇ, ਅਨਾਊਂਸਮੈਂਟ ਦੇਰੀ ਨਾਲ, ਔਰ ਅਨਾਊਂਸਮੈਂਟ ਦਾ ਹਜੇ ਪਤਾ ਨਹੀਂ ਕਿੰਨਾ ਕਿਹਨੂੰ ਜਾਏਗਾ। ਮਜ਼ਦੂਰਾਂ ਨੂੰ ਤਾਂ ਉਹ ਜਾਏਗਾ ਨਹੀਂ ਫਾਇਦਾ, ਗਰੀਬ ਨੂੰ ਉਹ ਜਾਏਗਾ ਨਹੀਂ ਫਾਇਦਾ। ਕਿਉਂ? ਕਿਉਂਕਿ ਉਹਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਨੇ ਬੋਲਿਆ ਆਪਣੀ ਸਪੀਚ ਦੇ ਵਿੱਚ ਕਿ ਕਾਨੂੰਨ ਵੀ ਅਸੀਂ ਸੋਧਣੇ ਨੇ। ਸੋਧਣ ਦਾ ਨਾਂ ਕੀ ਹੈ? ਸੋਧਣ ਦਾ ਅੱਜ ਕੱਲ੍ਹ ਇੱਕ ਬੜਾ ਵੀ ਇਕਨੋਮਿਕ ਰਿਫਾਰਮ, ਜਿਵੇਂ ਕੋਈ ਬਹੁਤ ਚੰਗਾ ਹੋ ਰਿਹਾ ਹੁੰਦਾ, ਸ਼ਬਦ ਇਹ ਹੁੰਦਾ ਵੀ ਸੋਧਿਆ ਜਾਣ ਦੀ ਚੀਜ਼ ਹੁੰਦੀ ਹੈ ਵੀ ਉਹ ਚੰਗੇ ਪਾਸੇ ਜਾ ਰਹੀ ਹੈ। ਪਰ ਇਹ ਬਹੁਤ ਲੱਖਾਂ ਲੋਕਾਂ ਦੀ ਉਲਟੇ ਪਾਸੇ ਨੂੰ ਜਿਹੜਾ ਰੁਝਾਨ ਹੈ, ਉਹਦੇ 'ਚ 3 ਚੀਜ਼ਾਂ ਬਹੁਤ ਵੱਡੀਆਂ ਨੇ। ਇੱਕ ਜਿਹੜੀ ਘੱਟੋ ਘੱਟ ਮਜ਼ਦੂਰੀ ਦਾ ਐਕਟ ਜਿਹੜਾ 1948 'ਚ ਬਣਿਆ, ਜਦੋਂ ਸਾਡਾ ਸੰਵਿਧਾਨ ਵੀ ਲਾਗੂ ਨਹੀਂ ਸੀ ਹੋਇਆ, ਉਦੋਂ ਪਹਿਲਾਂ ਜਿਹੜੀ ਲੋਕਾਂ ਨੇ, ਮਜ਼ਦੂਰਾਂ ਨੇ, ਆਮ ਗਰੀਬ ਲੋਕਾਂ ਨੇ ਲੜ ਕੇ ਜਿਹੜਾ ਇੱਕ ਹੱਕ ਲਿਆ ਸੀ ਕਿ ਇਦੋਂ ਘੱਟ ਮਜ਼ਦੂਰੀ ਨਹੀਂ ਦਿੱਤੀ ਜਾ ਸਕਦੀ, ਉਹਨੂੰ ਵੀ ਤੁਸੀਂ ਸਸਪੈਂਡ ਕਰਾ ਰਹੇ ਹੋ। ਵੱਖ-ਵੱਖ ਸਟੇਟਾਂ ਮਤੇ ਪਾ ਰਹੀਆਂ ਨੇ ਕਿ ਉਹਨੂੰ ਵੱਖ-ਵੱਖ ਤਰ੍ਹਾਂ ਦਾ ਜੀ ਦੇਣ ਦੀ ਕੋਈ ਲੋੜ ਨਹੀਂ। ਫਿਰ ਇਹੋ ਜਿਹੇ ਸੰਕਟ 'ਚ ਚਾਹੀਦਾ ਤਾਂ ਇਹ ਹੈ ਕਿ ਤੁਸੀਂ ਕੰਮ ਦੇ ਘੰਟੇ ਘਟਾਓ, ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿਓ। 8 ਘੰਟੇ ਦੀ ਬਜਾਏ 6 ਘੰਟੇ ਕਰੋ ਤਾਂ ਕਿ ਜ਼ਿਆਦਾ ਲੋਕਾਂ ਨੂੰ ਕੰਮ ਮਿਲੇ। ਤੁਸੀਂ ਇਹ ਇਜਾਜ਼ਤ ਦੇ ਰਹੇ ਹੋ ਉਹ ਕਾਨੂੰਨ ਨੂੰ ਸਸਪੈਂਡ ਕਰਕੇ ਕਿ ਮਜ਼ਦੂਰਾਂ ਤੋਂ 12 ਘੰਟੇ ਤੱਕ ਕੰਮ ਲੈ ਸਕਦੇ ਹੋ ਤੁਸੀਂ, ਔਰ ਉਦਯੋਗਪਤੀ ਨੂੰ ਇਹ ਪੂਰਾ ਹੱਕ ਦੇ ਰਹੇ ਹੋ ਕਿ ਤੁਸੀਂ 12 ਘੰਟੇ ਤੱਕ ਜਿੰਨਾ ਮਰਜ਼ੀ ਕੰਮ ਲਓ। ਉਦੋਂ ਬਾਅਦ ਦੀ ਗੱਲ ਫਿਰ 12 ਘੰਟੇ ਤੱਕ ਨਹੀਂ ਚੱਲਣਾ ਕੰਮ, ਇਹ 12 ਦੀ ਬਜਾਏ ਫਿਰ ਅਗਲੇ 4 ਘੰਟੇ ਥੋੜ੍ਹੀ ਕੋਈ ਬੰਦਾ ਹੋਰ ਮਜ਼ਦੂਰਾਂ ਨੂੰ ਬਣਾਊਗਾ। ਉਹ ਕਹੂਗਾ ਤੁਸੀਂ ਚੱਲਦੇ ਰਹੋ ਕਾਕਾ ਉਸੇ ਤਰੀਕੇ ਦੇ ਨਾਲ ਜਿਵੇਂ ਵੀ ਚੱਲਦੇ ਹੋ। ਔਰ ਇਹਦੇ ਨਾਲ ਦੀ ਨਾਲ ਇਹ ਹੈ ਕਿ ਅਜੇ ਤੱਕ ਜਿਹੜੀ ਪੁਰਾਣੇ ਅਨਾਊਂਸਮੈਂਟਾਂ ਸੀ, ਜੇ ਉਹਦਾ ਹਾਲ ਦੇਖੀ, ਉਹਨਾਂ 'ਤੇ ਕਿੰਨਾ ਅਮਲ ਹੋਇਆ ਪ੍ਰਧਾਨ ਮੰਤਰੀ ਨੇ ਇਹ ਨਹੀਂ ਦੱਸਿਆ। ਉਹਨਾਂ ਕਿਹਾ ਕਿ ਪਹਿਲਾਂ 1,75,000 70,000 ਕਰੋੜ ਰੁਪਈਆ ਪਹਿਲਾਂ ਇਹਨਾਂ ਨੇ RBI ਤੋਂ ਲੈ ਕੇ ਜਿਹੜਾ ਇਹ ਕਹਿੰਦੇ ਸੀ ਅਸੀਂ ਦਿੱਤਾ। 8 ਲੱਖ ਕਰੋੜ ਰੁਪਈਆ RBI ਨੇ ਕਿਹਾ ਕਿ ਅਸੀਂ ਲਿਕੁਇਡਿਟੀ ਲਈ, ਪੈਸੇ ਮਾਰਕੀਟ ਦੇ ਵਿੱਚ ਸੁੱਟਣ ਲਈ, ਮਤਲਬ ਲੋਨ ਦੇ ਵਾਸਤੇ, ਦੇਣ ਦੇ ਵਾਸਤੇ, ਜਿਹੜੀ ਸਮਾਲ ਸਕੇਲ, ਮੀਡੀਅਮ ਸਕੇਲ ਇੰਡਸਟਰੀ ਹੈ ਉਹਨੂੰ ਅਸੀਂ ਹੋਰ ਰੱਖ ਲਿਆ। ਲੋਨ ਲੈਣ ਵਾਲਾ ਕੋਈ ਬੰਦਾ ਆਇਆ ਹੀ ਨਹੀਂ ਅਜੇ ਤੱਕ। ਕਿਉਂ ਨਹੀਂ ਆਇਆ? ਕਿਉਂਕਿ ਹਾਲਾਤ ਨੇ, ਜੇ ਕਾਰੋਬਾਰ ਨਹੀਂ ਚੱਲਣਾ ਤਾਂ ਲੋਨ ਲੈ ਕੇ ਕੀ ਕਰਨਾ ਕਿਸੇ ਨੇ। ਔਰ ਇਸੇ ਤਰ੍ਹਾਂ ਜਿਹੜਾ ਦੂਜਾ ਸੀ ਉਹਦੇ 'ਚ ਜਿਹੜਾ ਮਿਲਗੋਬਾ ਕੀਤਾ ਗਿਆ, ਉਹ ਮਿਲਗੋਬਾ ਇਹ ਕੀਤਾ ਗਿਆ ਕਿ ਅਸੀਂ ਜਿਹੜਾ ਉਸਾਰੀ ਮਜ਼ਦੂਰ ਵੈਲਫੇਅਰ ਫੰਡ ਹੈ, ਇਹ ਪ੍ਰਧਾਨ ਮੰਤਰੀ ਦਾ ਨਹੀਂ ਹੈ, ਇਹ ਸਟੇਟਾਂ ਦਾ ਫੰਡ ਹੈ। ਸਟੇਟਾਂ ਦੇ ਵਿੱਚ ਜਿਹੜੇ ਵੀ ਬੰਦੇ ਨੇ 20 ਲੱਖ ਤੋਂ ਜ਼ਿਆਦਾ ਦਾ ਕੋਈ ਘਰ ਪਾਉਣਾ ਹੈ, ਕੋਈ ਬਿਲਡਿੰਗ ਪਾਉਣੀ ਹੈ, ਕੋਈ ਵੀ ਹੈ, ਉਹਦੇ ਨਕਸ਼ਾ ਪਾਸ ਕਰਾਉਣ ਦੇ ਲਈ ਉਹਨੂੰ 1% ਦੇਣਾ ਪੈਂਦਾ ਹੈ, ਮਤਲਬ ਉਹ ਫੰਡ 'ਚ ਜਾਂਦਾ ਹੈ। ਸੁਪਰੀਮ ਕੋਰਟ ਦੀ ਸਿੱਧੀ ਜੱਜਮੈਂਟ ਹੈ ਕਿ ਕਿਤੇ ਹੋਰ ਖਰਚ ਨਹੀਂ ਹੋ ਸਕਦਾ। ਸਟੇਟਾਂ ਨੇ ਵੀ ਅਨਾਊਂਸ ਕੀਤਾ, ਜਿਵੇਂ ਪੰਜਾਬ ਦੀ ਸਟੇਟ ਨੇ ਅਨਾਊਂਸ ਕੀਤਾ, ਅਮਰਿੰਦਰ ਸਿੰਘ ਨੇ ਉਦੋਂ ਕੀਤਾ ਸੀ ਵੀ 3-3 ਹਜ਼ਾਰ ਰੁਪਏ ਅਸੀਂ ਕਿਸ਼ਤਾਂ ਦੇ ਰੂਪ 'ਚ ਉਸਾਰੀ ਮਜ਼ਦੂਰਾਂ ਦੇ ਖਾਤੇ ਪਾਵਾਂਗੇ। ਤੇ ਜਿਹੜੀ ਅਮਰਿੰਦਰ ਸਿੰਘ ਨੇ ਹੀ ਕਮੇਟੀ ਬਣਾਈ, ਜੇ ਇਹਦਾ ਲਾਗੂ ਪੰਜਾਬ ਨੂੰ ਮਾਡਲ ਮੰਨ ਲਈਏ ਤਾਂ ਬਾਕੀ ਸਟੇਟ 'ਤੇ ਲਾਗੂ ਕਰਨਾ ਹੋਵੇ, 1200 ਕਰੋੜ ਰੁਪਈਆ ਉਹ ਕਹਿੰਦੀ ਹੈ ਫੰਡ ਪਿਆ ਉਸ ਖਾਤੇ 'ਚ, ਤੇ ਕੇਵਲ 90 ਕਰੋੜ ਅੱਜ ਤੱਕ ਜਾਰੀ ਕੀਤਾ ਗਿਆ। ਉਹ ਕਹਿੰਦੇ ਕਿਉਂ ਨਹੀਂ ਜਾਰੀ ਹੋਇਆ? 2,82,000 ਮਜ਼ਦੂਰ ਰਜਿਸਟਰਡ ਹੈ, ਉਹਦੇ ਖਾਤੇ ਨੇ, ਉਹਦਾ ਸਭ ਕੁਝ ਹੈ, ਤੇ ਉਹਨਾਂ ਨੂੰ ਪੈਸੇ ਕਿਉਂ ਨਹੀਂ ਗਏ? ਫਿਰ ਐਲਾਨ ਦਾ ਮਤਲਬ ਤੁਸੀਂ ਮਤਲਬ ਪਹਿਲੇ ਦਿਨ ਜਿਹੜੀਆਂ ਖਬਰਾਂ ਛਾਪਤੀਆਂ ਤੇ ਬਹਿਸਾਂ ਹੋ ਰਹੀਆਂ ਨੇ ਕਿ ਲਓ ਜੀ ਸਭ ਦੇ ਖਾਤੇ 'ਚ 3,000 ਚਲਾ ਗਿਆ, ਹੁਣ 6,000 ਚਲਾ ਗਿਆ। ਇਹੀ ਕਿਸਾਨ ਨਾਲ ਫਰਾਡ ਕੀਤਾ ਪ੍ਰਧਾਨ ਮੰਤਰੀ ਨੇ 1 ਕਰੋੜ 70 ਲੱਖ ਵਾਲੇ 'ਚ। ਉਹਨੇ ਕਿਹਾ ਕਿ ਫਾਰਮਰ ਨੂੰ 2,000 ਰੁਪਇਆ ਮੈਂ ਹੋਰ ਦੇ ਰਿਹਾ, ਜਿਹੜੀ ਕਿ ਅਪ੍ਰੈਲ 'ਚ ਕਿਸ਼ਤ ਵੈਸੇ ਹੀ ਬਣਦੀ ਸੀ, ਡਿਊ ਸੀ, ਉਹੀ ਦਿੱਤੀ। ਤੇ ਮੈਨੂੰ ਇਹ ਲੱਗਦਾ ਕਿ ਜਿਹੜਾ ਇਹ 20 ਲੱਖ ਕਰੋੜ ਦਾ ਸਵਾਲ ਹੈ, ਜਿਵੇਂ ਜੇ ਥੋੜ੍ਹਾ ਜਿਹਾ ਇਤਿਹਾਸਕ ਪਿਛੋਕੜ ਕਿਸੇ ਬੰਦੇ ਦਾ ਆਪਾਂ ਕਹਿੰਦੇ ਨੇ ਵੀ ਉਦੋਂ ਦੇਖੀਦਾ ਹੁੰਦਾ
ਮਤਲਬ ਉਹਨੂੰ ਜੇ ਉਹਦਾ ਕਿਰਦਾਰ ਦੇਖ ਕੇ ਤੁਸੀਂ ਫੈਸਲਾ ਕਰ ਸਕਦੇ ਹੋ ਭਵਿੱਖ ਦਾ, ਚਾਹੇ ਇਹ ਅਜੇ ਤੱਕ ਅਨਾਉਂਸ ਕੇਂਦਰੀ ਵਿੱਤ ਮੰਤਰੀ ਨੇ ਕਰਨਾ ਹੈ, ਪਰ ਇੱਕ ਜਿਵੇਂ ਚੌਲਾਂ ਦੇ ਕੜਾਹੇ 'ਚੋਂ 2 ਚੌਲ ਚੱਕ ਕੇ ਪਤਾ ਲੱਗ ਜਾਂਦਾ ਪੱਕ ਗਏ ਕਿ ਨਹੀਂ ਪੱਕ ਗਏ। ਜੀ ਕਿਸਾਨਾਂ ਦੀ ਬੜੀ ਦੇਰ ਦੀ ਮੰਗ ਸੀ ਇਸ ਦੇਸ਼ ਦੇ ਵਿੱਚ ਕਿ ਸਾਨੂੰ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਦੇ ਮੁਤਾਬਕ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਦਿਓ। ਉਹਦਾ ਮਤਲਬ ਕੀ ਸੀ ਕਿ ਸਮੁੱਚੀ ਲਾਗਤ ਜਿੰਨੀ ਆ ਰਹੀ ਹੈ ਉਹਦੇ ਤੇ 50% ਪ੍ਰੋਫਿਟ ਦਿਓ। ਜਦੋਂ ਮੋਦੀ ਸਰਕਾਰ ਆਈ ਪਹਿਲਾਂ ਇਹਨਾਂ ਨੇ ਪਹਿਲਾਂ ਤਾਂ ਮੈਨੀਫੈਸਟੋ 'ਚ ਵਾਅਦਾ ਕੀਤਾ ਸੀ ਦਿਆਂਗੇ, ਤੇ ਫਿਰ ਸੁਪਰੀਮ ਕੋਰਟ 'ਚ ਹਲਫਨਾਮਾ ਦਿੱਤਾ ਵੀ ਇਹ ਦਿੱਤਾ ਹੀ ਨਹੀਂ ਜਾ ਸਕਦਾ, ਕਿਉਂਕਿ ਇਸ ਕਰਕੇ ਨਹੀਂ ਦਿੱਤਾ ਜਾ ਸਕਦਾ ਕਿ ਇਹਦੇ ਨਾਲ ਅਨਾਜ ਦੀ ਕੀਮਤ ਬਹੁਤ ਵੱਧ ਜਾਏਗੀ। ਬਹੁਤ ਕੀਮਤ ਵਧਣ ਦੇ ਨਾਲ ਕੀ ਹੋਊਗਾ ਕਿ ਅਸੀਂ ਗਰੀਬਾਂ ਨੂੰ ਅਨਾਜ ਨਹੀਂ ਦੇ ਸਕਾਂਗੇ। ਫਿਰ ਕੀ ਹੋਇਆ ਜਦੋਂ ਪਾਰਲੀਮੈਂਟ ਦੀਆਂ ਵੋਟਾਂ ਆ ਗਈਆਂ ਨੇੜੇ, ਤਾਂ ਇੱਕ ਵੱਡਾ ਸਾਰਾ ਪੈਕੇਜ ਆ ਗਿਆ ਕਿ ਜੀ ਅਸੀਂ ਤਾਂ ਸਵਾਮੀਨਾਥਨ ਰਿਪੋਰਟ ਲਾਗੂ ਕਰਤੀ, 50% ਵਾਧੂ ਦੇਤਾ। ਉਹ ਫਰਾਡ ਕੀ ਕੀਤਾ? ਫਰਾਡ ਇਹ ਕੀਤਾ ਕਿ ਤੁਸੀਂ ਪਰਿਭਾਸ਼ਾ ਹੀ ਬਦਲ ਦਿਓ। ਉਹਦੇ 'ਚ ਇਕੱਲੀ ਬੇਸਿਕ ਸਰਵਿਸ ਤੇ ਬੇਸਿਕ ਵਸਤੂਆਂ ਤੇ ਜਿਹੜਾ ਕਾਸਟ ਆ ਰਹੀ ਆ ਉਹ, ਤੇ ਜਾਂ ਪਰਿਵਾਰ ਦੀ ਜਿਹੜੀ ਲਾਗਤ ਆ ਰਹੀ ਆ ਉਹ ਦੇ ਦਿਓ, ਬਾਕੀ ਸਭ ਛੱਡ ਦਿਓ। ਉਹ ਇੱਕ ਕੰਪੋਨੈਂਟ ਹੀ ਛੱਡਤਾ ਟੋਟਲ, ਜਿਹੜਾ ਉਹਦਾ ਠੇਕਾ ਦੇਣਾ ਸੀ ਜ਼ਮੀਨ ਦਾ, ਜਿਹੜਾ ਉਹਦੀ ਆਪਦੀ ਜ਼ਮੀਨ ਦੇ ਠੇਕੇ ਦਾ ਸਵਾਲ ਸੀ, ਜਿਹੜਾ ਉਹ ਸਕਿਲਡ ਲੇਬਰ ਦੇ ਤੌਰ ਤੇ ਉਹਦੇ 'ਚ ਆਪਦੇ ਆਪ ਨੂੰ ਪੇਸ਼ ਕਰਦਾ, ਉਹ ਸਭ ਕੁਝ ਛੱਡਤਾ ਤੇ ਤੁਸੀਂ ਦੇਤਾ 20 ਲੱਖ ਕਰੋੜ ਵੀ ਆਈ ਦੇਣਾ। ਜੇਕਰ ਤੁਸੀਂ ਪਰਿਭਾਸ਼ਾ ਬਦਲ ਕੇ ਦੇ ਦੇਣਾ ਵੀ ਤੁਹਾਡੇ ਕੋਲ ਚਲਾ ਗਿਆ ਹੈ। ਔਰ ਉਹ ਕਿਵੇਂ ਹੋਏਗਾ? ਮਜ਼ਦੂਰ ਤਾਂ ਰਜਿਸਟਰਡ ਹੈ ਨਹੀਂ। ਗਵਰਨਮੈਂਟ ਆਫ ਇੰਡੀਆ ਕੋਲ ਅੱਜ ਤੱਕ ਕਿੰਨੇ ਪ੍ਰਵਾਸੀ ਮਜ਼ਦੂਰ ਨੇ ਆਰਟੀਆਈ 'ਚ ਇਨਫੋਰਮੇਸ਼ਨ ਮੰਗੀ ਗਈ ਸੀ, ਉਹਦਾ ਕੋਈ ਡਾਟਾ ਨਹੀਂ। ਜਦ ਤੁਹਾਡੇ ਕੋਲ ਕੋਈ ਡਾਟਾ ਹੀ ਨਹੀਂ ਹੈ, ਤੁਸੀਂ ਉਹਨਾਂ ਦੇ ਖਾਤਿਆਂ 'ਚ ਪੈਸੇ ਕਿਵੇਂ ਦੇ ਦਿਓਗੇ? ਪਹਿਲੀ ਸ਼ਰਤ ਤਾਂ ਅੰਕੜੇ ਹੁੰਦੇ ਨੇ ਨਾ ਵੀ ਤੁਸੀਂ ਇਸ ਲੈਵਲ 'ਤੇ ਚੀਜ਼ਾਂ ਦੇ ਰਹੇ ਹੋ। ਔਰ ਉਹ ਜਿਹੜੇ ਲੱਖਾਂ ਲੋਕ ਭੁੱਖ ਦੇ ਨਾਲ ਮਰ ਰਹੇ ਨੇ, ਛੋਟੇ ਛੋਟੇ ਬੱਚੇ ਗੋਦੀ ਚੱਕ ਕੇ ਔਰਤਾਂ ਸੜਕਾਂ 'ਤੇ ਜਾ ਰਹੀਆਂ ਨੇ, ਔਰ ਕਿਸੇ ਨੂੰ ਤਾਂ ਜਨਮ ਵੀ ਸੜਕ 'ਤੇ ਹੀ ਦੇਣਾ ਪੈ ਰਿਹਾ ਬੱਚੇ ਨੂੰ, ਤੇ ਉਹ ਨਹੀਂ ਕਰ ਰਹੇ। ਔਰ ਉਹ ਮੂਰਖ ਨੇ, ਮਤਲਬ ਇਹਦਾ ਮਤਲਬ ਤੇ ਤੁਸੀਂ ਸੱਚੇ ਹੋ ਗਏ, ਤੁਸੀਂ ਪੈਸੇ ਦਿੱਤੇ ਹੋਏ ਨੇ, ਪੈਸੇ ਲੈ ਕੇ ਉਹਨਾਂ ਤੋਂ ਆਰਾਮ ਨਾਲ ਬੈਠਿਆ ਨਹੀਂ ਜਾਂਦਾ, ਆਪਦਾ ਖਾਣ ਪੀਣ ਚੰਗੇ ਤਰੀਕੇ ਨਾਲ ਕੀਤਾ ਨਹੀਂ ਜਾਂਦਾ, ਬੇਵਕੂਫ ਨੇ ਸਾਰੇ। ਤੁਸੀਂ ਇਹ ਮੰਨ ਕੇ ਚੱਲ ਰਹੇ ਹੋ ਇਹਦਾ ਮਤਲਬ। ਔਰ ਉਹਨੂੰ ਤੁਸੀਂ ਸਿਟੀਜ਼ਨ ਦਾ ਦਰਜਾ ਕਦੇ ਦਿੱਤਾ ਹੀ ਨਹੀਂ, ਨਾਗਰਿਕ ਦਾ ਦਰਜਾ ਕਦੇ ਦਿੱਤਾ ਹੀ ਨਹੀਂ। ਨਾਗਰਿਕ ਦਾ ਦਰਜਾ ਤਾਂ ਦਿੰਦੇ ਤਾਂ ਉਹ ਆਪਣੇ ਹੱਕ ਹਕੂਕ ਲਈ ਲੜਦਾ। ਜਦੋਂ ਉਹ ਲੜਦਾ ਉਹਦੇ ਲਈ ਪੁਲਿਸ ਹੁੰਦੀ ਹੈ, ਉਹਦੇ 'ਤੇ ਲਾਠੀ ਚਾਰਜ ਹੁੰਦਾ ਅਤੇ ਉਹਦੇ 'ਤੇ ਪਰਚੇ ਦਰਜ ਹੁੰਦੇ ਨੇ। ਅਤੇ ਦੂਜੇ ਪਾਸੇ ਜਿਹੜੇ ਇੱਕ ਅਲੱਗ ਟਾਈਪ ਦੀ ਬਰੀਡ ਹੈ, ਜਿਹੜੀ ਹੋਟਲਾਂ 'ਚ ਰਹਿ ਸਕਦੀ ਹੈ, ਜਿਹੜੀ ਖਰਚਾ ਅਦਾ ਕਰ ਸਕਦੀ ਹੈ, ਜਿਨ੍ਹਾਂ ਨੂੰ ਤੁਸੀਂ ਜਹਾਜ਼ਾਂ ਰਾਹੀਂ ਲਿਆਉਣਾ ਚਾਹੁੰਦੇ ਹੋ, ਅਤੇ ਉਹਦੇ ਲਈ ਤਾਂ ਸੁਵਿਧਾਵਾਂ ਹੈਗੀਆਂ ਨੇ ਉਸ ਲੈਵਲ ਦੀਆਂ। ਪਰ ਜਿਹੜੀਆਂ ਇਹਨਾਂ ਲਈ ਸੁਵਿਧਾਵਾਂ ਨੇ, ਉਹ ਤੁਸੀਂ ਦੇਖੋ ਜਾ ਕੇ, ਉਹ ਕਿਸੇ ਸਕੂਲ 'ਚ ਬੈਠੇ ਹੋਏ ਨੇ ਜਿੱਥੇ ਨਾ ਪਾਣੀ ਹੈ ਨਾ ਕੁਛ ਹੈ, ਔਰ ਉਹ ਬੀਬੀ ਇਹ ਕਹਿ ਰਹੀ ਹੈ ਕਿ ਮੇਰਾ ਤਾਂ ਦੁੱਧ ਚੁੱਕਦਾ ਬੱਚਾ ਹੈ, ਇਹਦਾ ਡਾਈਪਰ ਵੀ ਨਹੀਂ ਮੈਂ ਬਦਲ ਸਕਦੀ, ਪਾਣੀ ਇੰਨਾ ਵੀ ਹੈ ਨਹੀਂ। ਤੁਸੀਂ ਦੇਖੋ ਵੀ ਅਸੀਂ ਤਾਂ ਕੱਟ ਲਾਂਗੇ ਬਿਨਾਂ ਨਹਾਏ ਬਿਨਾਂ ਉਹਦੇ ਤੋਂ, ਤਾਂ ਅਸੀਂ ਕਿਸ ਹਾਲਾਤ ਦੇ ਵਿੱਚ ਜਿਉਈਏ? ਤੁਸੀਂ ਸਾਨੂੰ ਲਿਆ ਕੇ ਕਿੱਥੇ ਸੁੱਟਤਾ? ਇਹ ਜਿਹੜੀਆਂ ਘਟਨਾਵਾਂ, ਇਹ ਕੋਈ ਆਇਆ ਨਹੀਂ ਹੈ ਕਿ ਪਤਾ ਨਹੀਂ ਹੈ, ਰੋਜ਼ ਸੋਸ਼ਲ ਮੀਡੀਆ 'ਤੇ ਆ ਰਹੀਆਂ ਨੇ, ਲੋਕ ਆਪਣੇ ਵੱਲੋਂ ਪਾ ਰਹੇ ਨੇ, ਮੀਡੀਆ ਦੇ ਵਿੱਚ ਵੀ ਆ ਰਹੀਆਂ ਨੇ ਉਸ ਲੈਵਲ ਦੇ ਉੱਤੇ, ਔਰ ਉਹਦੇ ਵੱਲੋਂ ਨਜ਼ਰਅੰਦਾਜ਼ ਕੀਤਾ ਗਿਆ। ਅੱਜ ਵੀ ਅਸੀਂ ਕਰੋਨਾ ਤੋਂ ਸਬਕ ਨਹੀਂ ਸਿੱਖ ਰਹੇ। ਕਰੋਨਾ ਵਾਇਰਸ ਨੇ ਜੋ ਤੁਹਾਨੂੰ ਇੱਕ ਸੰਕੇਤ ਦਿੱਤਾ ਹੈ ਕਿ ਹੁਣ ਬੰਦਿਆਂ ਦਾ ਇੱਕ ਭਰੋਸਾ ਟੁੱਟ ਚੁੱਕਿਆ। ਤੁਹਾਡੀ ਅਰਥ ਵਿਵਸਥਾ ਦਾ ਜਿਹੜਾ ਮਾਡਲ ਇਦੋਂ ਪਹਿਲਾਂ ਚਲਾ ਰਹੇ ਸੀ, ਉਹਨੂੰ ਮੁੜ ਕੇ ਭਰੋਸਾ ਇਹ ਬਣ ਰਿਹਾ ਉਹ ਆਪਦੀ ਜੀਵਨ ਜਾਂਚ ਬਦਲਣ ਲਈ ਤਿਆਰ ਹੈ। ਉਹ ਜੀਵਨ ਜਾਂਚ ਇਸ ਲਈ ਬਦਲਣ ਲਈ ਤਿਆਰ ਹੈ ਕਿ ਮੈਂ ਘੱਟ ਖਾ ਲੂੰਗਾ, ਮੈਨੂੰ ਨਹੀਂ ਇਸ ਲੈਵਲ ਦੀ ਤਰੱਕੀ ਚਾਹੀਦੀ, ਪਰ ਮੈਂ ਆਪਣੇ ਪਿੰਡ, ਆਪਣੇ ਪਰਿਵਾਰ, ਆਪਣੇ ਜੀਆ, ਆਪਣੇ ਭਾਈਚਾਰੇ 'ਚ ਰਹਿਣਾ ਚਾਹੁੰਦਾ। ਉਹਨੂੰ ਸੁਰੱਖਿਆ ਦੀ ਭਾਵਨਾ ਜਿਹੜੀ ਹੈ ਉਹਦੇ 'ਚ, ਉਹ ਆਪਣੇ ਭਾਈਚਾਰੇ 'ਚ ਰਹਿ ਕੇ ਹੈ, ਉਹ ਬਾਹਰ ਨਹੀਂ ਹੈ। ਉਹਦੇ ਵਾਸਤੇ ਫਿਰ ਕੀ ਚਾਹੀਦਾ ਸੀ ਤੁਹਾਨੂੰ? ਉਹਦੇ ਲਈ ਤਾਂ ਇਹ ਹੈ ਵੀ ਜਿਹੜੇ ਮਜ਼ਦੂਰ ਮੁੜ ਗਏ ਆਪਣੇ ਪਿੰਡਾਂ ਦੇ ਵਿੱਚ, ਉਹਨਾਂ ਪਿੰਡਾਂ ਨੂੰ ਦਿਓ ਨਾ ਪੈਕੇਜ, ਉਹਨਾਂ ਦੀ ਅਰਥ ਵਿਵਸਥਾ ਨੂੰ ਦਿਓ ਪੈਕੇਜ, ਉੱਥੇ ਰੁਜ਼ਗਾਰ ਪੈਦਾ ਹੋਵੇ ਵੱਧ ਤੋਂ ਵੱਧ, ਉੱਥੇ ਦਿਓ। ਉੱਥੇ ਛੋਟੇ ਕਿਸਮ ਦਾ ਘਰੇਲੂ, ਜਿਹਨੂੰ ਕੁਟੀਰ ਉਦਯੋਗ ਪ੍ਰਧਾਨ ਮੰਤਰੀ ਨੇ ਬੋਲਦੇ ਹੋਏ ਕਿਹਾ, ਜਿਹਨੂੰ ਆਪਾਂ ਘਰਾਂ ਦੇ ਵਿੱਚ ਕੋਈ ਚੀਜ਼ਾਂ ਬਣਾਈਆਂ ਜਾ ਸਕਦੀਆਂ ਨੇ, ਉਹ ਹੈ। ਉਹਨਾਂ ਘਰਾਂ ਨੂੰ ਤੁਸੀਂ ਪੈਸਾ ਦਿਓ, ਉਹਦੇ ਛੋਟੀਆਂ ਸਨਅਤਾਂ ਨੂੰ ਉੱਥੇ ਦਿਓ, ਇਹਨੂੰ ਸਪਰੈਡ ਕਰੋ। ਇਹਨੂੰ ਮਤਲਬ ਸ਼ਹਿਰੀ ਮਾਡਲ ਦੇ ਵਿੱਚ ਮੁੜ ਕੇ ਕਿਉਂ ਬਦਲ ਰਹੇ ਹੋ, ਜਿਹੜੇ ਮਾਡਲ ਦੇ ਵਿੱਚ ਉਸ ਤਰੀਕੇ ਦੇ ਨਾਲ ਜਾ ਰਹੇ ਹੋ? ਇਸ ਲਈ ਕਈ ਗੱਲਾਂ ਨੇ ਪ੍ਰਧਾਨ ਮੰਤਰੀ ਦੇ, ਤੇ ਇੱਕ ਤਾਂ ਦੇਰੀ ਬਹੁਤ ਹੋਈ ਹੈ, ਦੂਜਾ ਪੁਰਾਣੀ ਪ੍ਰੈਕਟਿਸ ਇਹ ਦੱਸਦੀ ਹੈ ਵੀ ਇਹ ਲਾਗੂ ਵੀ ਹੋਣਾ ਕਿ ਨਹੀਂ ਹੋਣਾ, ਤੀਜਾ ਇੱਕ ਬਹੁਤ ਵੱਡਾ ਸਵਾਲ ਸਾਰੇ ਅਰਥ ਸ਼ਾਸਤਰੀ ਇਹ ਉਠਾ ਰਹੇ ਨੇ ਵੀ ਇਹ ਪੈਸਾ ਲਿਆਓਗੇ ਕਿੱਥੋਂ? ਹੁਣ ਤੱਕ ਤਾਂ ਕਹਿੰਦੇ ਸੀ ਸਾਡੇ ਕੋਲ ਪੈਸਾ ਹੈ ਨਹੀਂ, ਇਹ ਪੈਸਾ ਕਿੱਥੋਂ ਆਊਗਾ? ਚੌਥਾ, ਜੇਕਰ ਤੁਸੀਂ
ਉਹਦੇ 'ਚ ਜਿਹੜਾ ਹੁਣ ਤੱਕ ਸੰਕੇਤ ਮਿਲ ਰਹੇ ਨੇ ਇਹੀ ਹੈ ਕਿ ਇੰਡਸਟਰੀਲਿਸਟ ਨੂੰ ਇਹ ਕਹਿਣਗੇ ਕਿ ਤੁਸੀਂ ਕਰਜ਼ਾ ਲੈ ਲਓ, ਉਹਦੀ ਗਰੰਟੀ ਸਟੇਟ ਗੌਰਮੈਂਟ ਆਫ ਇੰਡੀਆ ਦੇ ਦਿੰਦੀ ਹੈ, ਕੁਛ ਨਾ ਕੁਛ ਕਰਜ਼ੇ ਲੈ ਕੇ ਅੱਗੇ ਚੀਜ਼ਾਂ ਚਲਾ ਲਓ ਕੁਛ ਨਾ ਕੁਛ। ਮੇਰਾ ਇੱਥੇ ਸਵਾਲ ਹੈ ਕਿ ਇਹ ਜਿਹੜਾ 20 ਲੱਖ ਕਰੋੜ ਹੈ ਜਿਹਦੇ ਬਾਰੇ ਇਹ ਟਰੋਲਿੰਗ ਹੋ ਰਹੀ ਹੈ ਕਿ 20 ਲੱਖ ਕਰੋੜ ਵਿੱਚ ਜ਼ੀਰੋਆਂ ਕਿੰਨੀਆਂ ਸਿਫਰਾਂ ਲੱਗਦੀਆਂ ਨੇ ਤੇ ਇਹਦੇ ਤੇ ਮਖੌਲ ਉੱਡ ਰਿਹਾ ਹੈ, ਰੱਜ ਕੇ ਮਖੌਲ ਉਡਾਇਆ ਜਾ ਰਿਹਾ ਹੈ ਲੋਕਾਂ ਵੱਲੋਂ, ਟਰੋਲਿੰਗ ਕਰਨ ਵਾਲਿਆਂ ਵੱਲੋਂ, ਜੋ ਕ੍ਰੀਏਟਿਵ ਲੋਕ ਨੇ ਇਸ ਵੇਲੇ ਲੱਗੇ ਹੋਏ ਇਹੋ ਜਿਹੇ ਵੇਲੇ ਇਸ ਵੇਲ ਦੇ ਸਮੇਂ ਦੌਰਾਨ। ਸਵਾਲ ਇਹ ਹੈ ਕਿ ਇਹ ਜੋ ਪੈਸਾ ਇੰਨਾ ਇੰਡਸਟਰੀਅਲਿਸਟਾਂ ਨੂੰ ਤਾਂ ਕਰਜ਼ਾ ਦੇ ਦਿੱਤਾ ਜਾਏਗਾ, ਪਰ ਉਸ ਸ਼ਕੁੰਤਲਾ ਦਾ ਕੀ ਬਣਿਆ ਜਿਹੜੀ ਮੱਧ ਪ੍ਰਦੇਸ਼ ਮਹਾਰਾਸ਼ਟਰ ਦੇ ਬਾਰਡਰ 'ਤੇ ਤੁਰੀ ਜਾਂਦੀ ਸੈਂਕੜੇ ਕਿਲੋਮੀਟਰ ਤੁਰਦੀ ਤੁਰਦੀ ਬੱਚਾ ਜੰਮਦੀ ਹੈ ਅਤੇ ਫਿਰ ਬੱਚਾ ਜੰਮ ਕੇ ਕੁਛ ਘੰਟਿਆਂ ਬਾਅਦ ਹੀ ਉਹਨੂੰ ਫਿਰ ਤੁਰਨਾ ਪੈਂਦਾ ਅਤੇ ਸਾਡੇ ਸਿਸਟਮ ਨੂੰ, ਸਾਡੇ ਹਾਕਮਾਂ ਨੂੰ ਕਿਤੇ ਵੀ ਨਮੋਸ਼ੀ ਮਹਿਸੂਸ ਨਹੀਂ ਹੁੰਦੀ, ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ ਅਤੇ ਉਹ ਜਿਹੜੇ ਸੜਕਾਂ 'ਤੇ ਤੁਰ ਰਹੇ ਨੇ ਇਸ ਵੇਲੇ ਨੰਗੇ ਪੈਰੀ ਨੇ, ਸਿਰ ਧੁੱਪ ਹੈ ਅਤੇ ਉਹਨਾਂ ਨੂੰ ਉਹਨਾਂ ਦੀਆਂ ਪਿੱਤਰੀ ਸੂਬੇ ਵੀ ਸ਼ਾਇਦ ਉਹਨਾਂ ਤੋਂ ਤ੍ਰਹਿਣ ਲੱਗ ਪਏ ਨੇ। ਬਿਲਕੁਲ ਬਣਤਰ ਦਾ, ਸਾਡੇ ਮੁਲਕ ਦੀ ਬਣਤਰ ਦਾ ਜਿਹੜਾ ਮਾਡਲ ਹੈ, ਜਿਹੜਾ ਵਿਕਾਸ ਦਾ ਮਾਡਲ ਹੈ, ਉਹ ਗਲਤ ਹੈ ਅਤੇ ਉਹਨਾਂ ਤੱਕ ਤਾਂ ਉਹ ਪੈਸਾ ਨਹੀਂ ਜਾਏਗਾ। ਇਹ ਉਹਨਾਂ ਦਾ ਕੀ ਹਸ਼ਰ, ਫਿਰ ਕੀ ਹੋਰ ਵੀ ਬਦਤਰ ਹੋਣ ਜਾ ਰਿਹਾ ਮਜ਼ਦੂਰਾਂ ਦਾ ਹਸ਼ਰ? ਨਹੀਂ ਹੋਏਗਾ। ਪ੍ਰਾਈਮ ਮਿਨਿਸਟਰ ਨੇ ਮਜ਼ਦੂਰਾਂ ਬਾਰੇ ਬੋਲਿਆ ਕੀ ਹੈ? ਉਹਨੇ ਇਹ ਬੋਲਿਆ ਕਿ ਤਿਆਗ ਕਰ ਰਹੇ ਨੇ, ਕੁਰਬਾਨੀ ਕਰ ਰਹੇ ਨੇ। ਤਿਆਗ ਤੇ ਕੁਰਬਾਨੀ ਬੰਦਾ ਮਜਬੂਰੀ 'ਚ ਨਹੀਂ ਕਰਦਾ ਹੁੰਦਾ। ਤਿਆਗ ਤੇ ਕੁਰਬਾਨੀ ਤਾਂ ਕਿਸੇ ਜਜ਼ਬੇ ਨਾਲ ਕਰਦਾ। ਤੁਸੀਂ ਕਿਸੇ ਉਦੇਸ਼ ਲਈ ਚੱਲੇ ਹੋ, ਉੱਥੇ ਕੁਰਬਾਨ ਹੋ ਜਾਂਦੇ ਹੋ। ਤੁਸੀਂ ਉਹਨੂੰ ਉਲਟੀ ਇਹੋ ਜਿਹੀ ਸ਼ਬਦਾਵਲੀ ਮੁਲੰਮਾ ਚੜਾ ਕੇ ਉਹਦੀ ਜਿਹੜੀ ਪੀੜਾ ਹੈ, ਜਿਹੜਾ ਉਹਦਾ ਦਰਦ ਹੈ, ਇਹਨੂੰ ਮਹਿਸੂਸ ਕਰਨ ਦੀ ਬਜਾਏ ਸੋਸਾਇਟੀ ਦੇ ਸਾਹਮਣੇ ਵੀ ਇੱਕ ਗਲਤ ਪਰਸੈਪਸ਼ਨ, ਇੱਕ ਗਲਤ ਧਾਰਨਾ ਪੇਸ਼ ਕਰ ਰਹੇ ਹੋ ਕਿ ਉਹ ਕੁਰਬਾਨੀ ਤੇ ਤਿਆਗ ਕਰ ਰਹੇ ਨੇ। ਇਹੋ ਜਿਹੀ ਕੁਰਬਾਨੀ ਉਹ ਤੁਹਾਡੇ ਤੋਂ ਵੀ ਮੰਗ ਰਹੇ ਨੇ, ਇਹੋ ਜਿਹੀ ਕੁਰਬਾਨੀ ਉਹ ਅਮੀਰ ਬੰਦੇ ਤੋਂ ਵੀ ਮੰਗ ਰਹੇ ਨੇ। ਤੁਸੀਂ ਵੀ ਜਾ ਕੇ ਕਰ ਲਓ ਕੁਰਬਾਨੀ ਦੇਸ਼ ਲਈ। ਦੇਸ਼ ਦੇ ਮਾਲਕ ਤੁਸੀਂ ਬੈਠੇ ਹੋ, ਕੁਰਬਾਨ ਹਰ ਵਕਤ ਉਹੀ ਹੋਈ ਜਾਵੇ ਬੰਦਾ। ਉਹਨੂੰ ਤੁਸੀਂ ਮਜਬੂਰੀ 'ਚ ਕੁਰਬਾਨ ਕਰਦੇ ਰਹੋ ਕਿਸੇ ਨਾ ਕਿਸੇ ਤਰੀਕੇ ਨਾਲ। ਔਰ ਤੁਸੀਂ ਜੇਕਰ ਦਰਦ ਮਹਿਸੂਸ ਕਰਦੇ ਜਾਂ ਬਾਕੀ ਦੀਆਂ ਚੀਜ਼ਾਂ ਕਰਦੇ, ਇਹ ਕੰਮ ਹਮੇਸ਼ਾ ਹੀ ਉਸ ਤਰੀਕੇ ਨਾਲ ਹੁੰਦੇ ਨੇ ਜਿਵੇਂ ਜੇ ਇਹਨਾਂ ਦਾ ਦੋਸਤ ਆਇਆ ਜਿਹਦੇ ਕਰਕੇ ਡਿਲੇ ਹੋਇਆ ਸਾਰਾ, ਟਰੰਪ ਇੱਥੇ। ਟਰੰਪ ਨੂੰ ਲੱਖਾਂ ਦੀ ਭੀੜ ਜੁਟਾ ਕੇ ਦਿੱਤੀ, 100 ਕਰੋੜ ਰੁਪਇਆ ਖਰਚ ਕੀਤਾ, ਬਾਕੀ ਦੀਆਂ ਚੀਜ਼ਾਂ ਕੀਤੀਆਂ, ਸਲਮ ਏਰੀਆਜ਼ ਨੂੰ ਢਕਿਆ ਕੰਧਾਂ ਕੱਢ ਕੇ। ਉੱਥੇ ਵੀ ਅਮੀਰਾਂ ਨੂੰ ਦਿੱਤਾ ਉਹਨਾਂ ਨੇ ਜ਼ਿਆਦਾ। ਪਰ ਨਾਲ ਦੀ ਨਾਲ ਇੱਕ ਗੱਲ ਕੀਤੀ ਹੈ ਕਿ $1200 ਪਰ ਮੰਥ ਬਿਨਾਂ ਕਿਸੇ ਵਿਤਕਰੇ ਹਰ ਬੰਦੇ ਦੇ ਖਾਤੇ 'ਚ ਆਉਂਦਾ ਹੈ। ਮੋਦੀ ਸਾਹਿਬ ਹਰ ਬੰਦੇ ਦੇ ਖਾਤੇ 1000 ਰੁਪਈਆ ਹਰ ਮਹੀਨੇ ਪਾ ਸਕਦੇ ਨੇ ਮਜ਼ਦੂਰ। ਹਰ ਇੱਕ ਦੇ ਖਾਤੇ ਡੇਲੀ ਹਰ ਮਹੀਨੇ ਘੱਟੋ ਘੱਟ 1000 ਤਾਂ ਕੋਈ ਬਾਹਲੀ ਬੜੀ ਗੱਲ ਨਹੀਂ। ਜਾਂ 12 ਨਹੀਂ, ਹੁਣ ਤੱਕ ਤਾਂ ਇਹੋ ਜਿਹਾ ਕੁਝ ਨਹੀਂ ਹੋਇਆ। ਛੱਡੋ, ਨਹੀਂ ਸਾਡੀ ਪਲਾਨਿੰਗ ਹੀ ਨਹੀਂ ਨਾ, ਸਾਡੀ ਤਾਂ ਪਲਾਨਿੰਗ ਦਾ ਹਿੱਸਾ ਹੀ ਨਹੀਂ। ਅਸੀਂ ਉਹਦੇ 'ਚ ਇੰਨੀਆਂ ਘੁੰਮਤਰਾਂ ਪਾ ਦਿੰਦੇ ਹਾਂ ਜਿਹੜਾ ਕਹਿੰਦਾ ਤਾਂ ਕਿ ਕਿਸੇ ਨੂੰ ਨਾ ਮਿਲੇ। ਇਹ ਇੱਥੇ ਰਜਿਸਟਰਡ ਹੋਣਾ ਚਾਹੀਦਾ ਹੈ, ਇਹਦਾ ਇੱਥੇ ਖਾਤਾ ਐਂ ਹੋਣਾ ਚਾਹੀਦਾ ਹੈ, ਇਹ ਬੰਦੇ ਦੀ ਆਹ ਬੰਦੇ ਤੋਂ ਪੁਸ਼ਟੀ ਹੋਣੀ ਚਾਹੀਦੀ ਹੈ। ਭੁੱਖ ਸਭ ਨੂੰ ਲੱਗਦੀ ਹੈ ਇਸ ਦੇਸ਼ 'ਚ, ਚਾਹੇ ਕੋਈ ਜਿਹੋ ਜਿਹਾ ਮਰਜ਼ੀ ਬੰਦਾ ਆਇਆ। ਕੋਈ ਅਪਰਾਧੀ ਵੀ ਹੈ, ਉਹਨੂੰ ਵੀ ਜੇਲ੍ਹ 'ਚ ਰੋਟੀ ਤਾਂ ਦੇਣੀ ਪੈਂਦੀ ਹੈ ਨਾ, ਉਹਨੂੰ ਕੱਪੜੇ ਤਾਂ ਦੇਣੇ ਪੈਂਦੇ ਨੇ। ਜਿਹਨੇ ਜੁਰਮ ਵੀ ਕੀਤਾ ਹੁੰਦਾ, ਇਹਨਾਂ ਨੇ ਤਾਂ ਕੋਈ ਜੁਰਮ ਨਹੀਂ ਕੀਤਾ, ਇਹ ਤਾਂ ਕੰਮ ਕਰਨ ਵਾਲੇ ਬੰਦੇ ਨੇ। ਤਾਂ ਯੂਨੀਵਰਸਲ ਪੱਧਰ 'ਤੇ, ਸਰਵ ਵਿਆਪਕ ਪੱਧਰ 'ਤੇ ਤੁਹਾਨੂੰ ਇੱਕ ਫੈਸਲਾ ਲੈਣਾ ਪੈਂਦਾ ਹੁੰਦਾ ਉਹਦੇ 'ਚ ਤਾਂ, ਕਿ ਸਭ ਦੇ ਘਰੇ ਜਾਏਗਾ, ਮੁਫਤ ਅਨਾਜ ਜਾਏਗਾ। ਅਨਾਜ ਦਾ ਤੁਹਾਡੇ ਸਾਹਮਣੇ ਜਿਹੜਾ ਸਿਸਟਮ ਬਣ ਰਿਹਾ ਤੁਸੀਂ ਦੇਖ ਲਓ ਕਿ ਪੰਜਾਬ ਦੇ ਵਿੱਚ ਜਿਹੜਾ ਅਨਾਜ ਆਇਆ ਉਹ ਕਹਿੰਦੇ ਨੇ ਅਮਰਿੰਦਰ ਸਿੰਘ ਕਹਿੰਦਾ ਕਿ 1 ਮਈ ਤੱਕ ਦਾਲ ਨਹੀਂ ਆਈ, ਇਸ ਕਰਕੇ ਅਸੀਂ ਵੰਡਣਾ ਸ਼ੁਰੂ ਨਹੀਂ ਕੀਤਾ। ਹਰਸਿਮਰਤ ਬਾਦਲ ਕਹਿੰਦੀ ਅਸੀਂ ਦੇ ਹੀ ਬੈਠੇ ਹਾਂ ਜੀ ਕੇਂਦਰ ਤੋਂ, ਜਿਵੇਂ ਉਹ ਬੈਠ ਕੇ ਉਹਦੇ ਘਰੋਂ ਕੋਈ ਬੋਰੀਆਂ ਚੱਕੀਆਂ ਜਾਂਦੀਆਂ ਹੁੰਦੀਆਂ ਨੇ ਅਤੇ ਅੱਗੇ ਇਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ। ਉਹ ਕਹਿ ਰਹੇ ਅਸੀਂ ਦੇ ਬੈਠੇ ਹਾਂ ਜੀ। ਉਹ ਤਾਂ ਸਿੱਧੀ ਚਮਚਾਗਿਰੀ ਕਰਦਾ ਅਕਾਲੀ ਦਲ, ਗੌਰਮੈਂਟ ਆਫ ਇੰਡੀਆ ਦੀ। ਆਪਦਾ ਕਰੈਕਟਰ ਇਹ ਬਦਲ ਚੁੱਕੇ ਆ। ਜਿਹੜਾ ਕਰੈਕਟਰ ਖੇਤਰੀ ਸੀ, ਜਿਹੜਾ ਕਰੈਕਟਰ ਆਪਦੀ ਜ਼ਮੀਨ ਨਾਲ ਜੁੜ ਕੇ, ਪੰਥ ਨਾਲ ਜੁੜ ਕੇ, ਭਾਈਚਾਰੇ ਨਾਲ ਜੁੜ ਕੇ ਸੀ, ਚਰਿੱਤਰ ਟੋਟਲ ਚੇਂਜ ਹੋ ਗਿਆ। ਕੇਵਲ ਚਾਪਲੂਸ ਸੱਭਿਆਚਾਰ ਦਾ ਹਿੱਸਾ ਬਣ ਕੇ ਤੁਸੀਂ ਗੌਰਮੈਂਟ ਦੀ ਵਾਹ-ਵਾਹ ਕਰ ਰਹੇ ਹੋ। ਲੋਕ ਇੱਥੇ ਤਰ੍ਹਾਂ ਕਰ ਰਹੇ ਨੇ, ਭੁੱਖੇ ਮਰ ਰਹੇ ਨੇ, ਬੁਰਾ ਹਾਲ ਹੈ। ਦੂਜੇ ਪਾਸੇ ਅਮਰਿੰਦਰ, ਜਿਹਦੀ ਇਹ ਜ਼ਿੰਮੇਵਾਰੀ ਸੀ, ਅਮਰਿੰਦਰ ਸਿੰਘ ਇਹ ਕਹਿੰਦੇ 1 ਮਈ ਤੱਕ ਇਸ ਲਈ ਨਹੀਂ ਵੰਡਿਆ ਕਿਉਂਕਿ ਦਾਲਾਂ ਨਹੀਂ ਆਈਆਂ, ਇਸ ਲਈ ਕਣਕ ਪਈ ਨਹੀਂ। ਇਹ ਤਾਂ ਦੋਨੋਂ ਤੁਸੀਂ ਮਿਲ ਕੇ ਕਹਿ ਰਹੇ ਹੋ ਨਾ, ਗੌਰਮੈਂਟ ਆਫ ਇੰਡੀਆ ਔਰ ਪੰਜਾਬ। ਤੁਸੀਂ 1 ਮਈ ਤੱਕ ਉਹ ਰਾਸ਼ਨ ਨਹੀਂ ਵੰਡਿਆ ਤੇ ਬਹੁਤ ਵੱਡਾ ਗੁਨਾਹ ਹੈ। 24 ਮਾਰਚ ਤੋਂ ਲੈ ਕੇ ਤੇ ਤੁਹਾਡੇ ਕੋਲ ਰਾਸ਼ਨ ਆਉਣ ਦੀ ਉਹ ਸੰਭਾਵਨਾ ਸੀ 1 ਮਈ ਤੱਕ, ਸਵਾ ਮਹੀਨਾ ਉਹ ਬੰਦਿਆਂ ਨਾਲ ਧਰੋਹ ਕੀਤਾ ਤੁਸੀਂ। ਬੰਦਾ ਭੁੱਖਾ ਥੋੜ੍ਹੀ ਸਵਾ ਮਹੀਨੇ ਰਹਿ ਸਕਦਾ ਬੰਗੇ ਦੇ। ਤੁਸੀਂ ਇਹਦੇ ਜੇ ਕੋਈ ਕਾਨੂੰਨ ਹੋਵੇ ਕਿਸੇ ਦੇਸ਼ ਦੇ ਵਿੱਚ ਇਸ ਪੱਧਰ ਦਾ, ਤਾਂ ਉਹ ਪ੍ਰਾਈਮ ਮਿਨਿਸਟਰ ਤੇ ਚੀਫ ਮਿਨਿਸਟਰ ਤੇ ਪਰਚਾ ਦਰਜ ਹੋ ਜਾਣਾ ਚਾਹੀਦਾ।
ਕਿ ਤੁਸੀਂ ਫਲਾਪ ਕੀਤਾ, ਲੋਕਾਂ ਦੇ ਨਾਲ ਬਿਆਨਬਾਜ਼ੀ ਕੀਤੀ ਹੈ ਕਿ ਅਸੀਂ ਆਹ ਦਿੰਦੇ ਰਹੇ ਹਾਂ ਤੇ ਗਿਆ ਤਾਂ ਹੈ ਨਹੀਂ, ਉਹਦੇ ਤੱਕ ਪਹੁੰਚਿਆ ਤਾਂ ਹੈ ਨਹੀਂ। ਉਹ ਠੀਕ ਥਾ, ਲੋਕ ਬਾਹਰ ਨਿਕਲ ਕੇ ਰੌਲੇ ਪਾਉਂਦੇ ਸੀ ਨਾ ਸਾਨੂੰ ਨਹੀਂ ਮਿਲਿਆ। ਅਸੀਂ ਅਖਬਾਰਾਂ 'ਚ ਪੜ੍ਹ ਕੇ ਕਈ ਵਾਰ ਇਹ ਹੁੰਦੇ ਗਵਰਨਮੈਂਟ ਕਹਿੰਦੀ ਇੰਨੇ ਲੱਖ ਪੈਕਟ ਚਲੇ ਗਏ, ਤੁਸੀਂ ਕਹਿੰਦੇ ਹੋ ਮਿਲਿਆ ਨਹੀਂ। ਇਹ ਤਾਂ ਗਲਤ ਗੱਲ ਹੋਈ ਹੈ। ਇਸ ਕਰਕੇ ਇਹ ਆਪ ਹੁਣ ਜਦੋਂ ਆਪਸੀ ਲੜਾਈ ਕਈ ਵਾਰ ਮਾੜੀ ਮੋਟੀ ਹੋ ਜਾਂਦੀ ਹੈ, ਉਹ 'ਚੋਂ ਚੀਜ਼ਾਂ ਸਾਹਮਣੇ ਆ ਜਾਂਦੀਆਂ ਨੇ। ਔਰ ਇਹਦੇ ਕਰਕੇ ਇਹ ਹੈ ਕਿ ਜਿਹੜਾ ਪ੍ਰਾਈਮ ਮਿਨਿਸਟਰ ਨੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਇਦੋਂ ਪਹਿਲਾਂ ਇੱਕ ਹੋਰ 1,70,000 ਕਰੋੜ, ਉਹ 8 ਲੱਖ ਕਰੋੜ ਇਹ ਜਿਹੜਾ ਉਹਦਾ ਸੀ, ਉਹਦਾ ਅਜੇ ਅਸਰ ਨਹੀਂ ਦਿਖਾਈ ਦਿੱਤਾ। 1,60,000 ਕਰੋੜ ਰੁਪਈਆ ਜਿਹੜਾ ਟਰਾਂਸਫਰ ਹੋਣਾ ਸੀ ਲੋਕਾਂ ਨੂੰ ਤੇਲ ਸਸਤਾ ਹੋਣ ਕਰਕੇ, ਉਹ 13 ਰੁਪਏ ਲੀਟਰ ਡੀਜ਼ਲ ਤੇ ਔਰ 11 ਰੁਪਏ 10 ਰੁਪਏ ਲੀਟਰ ਪੈਟਰੋਲ ਤੇ ਵਧਾ ਕੇ ਗੌਰਮੈਂਟ ਆਫ ਇੰਡੀਆ ਨੇ 1,60,000 ਕਰੋੜ ਦਾ ਖਜ਼ਾਨਾ ਭਰ ਲਿਆ ਆਪਣਾ। ਉਹ ਕਿਹਦਾ ਪੈਸਾ? ਉਹ ਲੋਕਾਂ ਨੂੰ ਟਰਾਂਸਫਰ ਹੋਣਾ ਚਾਹੀਦਾ ਸੀ ਇਦੋਂ ਪਹਿਲਾਂ ਹੀ। ਇਹ ਤੇਲ ਸਸਤਾ ਹੋਣਾ ਚਾਹੀਦਾ ਸੀ ਔਰ ਇਹਦੇ ਨਾਲ ਗਰੀਬ ਮਾਰਿਆ ਜਾਏਗਾ। ਕਿਉਂ? ਕਿਉਂਕਿ ਜਿਹੜਾ ਡੀਜ਼ਲ ਮਹਿੰਗਾ ਹੋਣ ਦਾ ਮਤਲਬ ਹੈ ਹਰ ਮਾਲ ਭਾੜੇ ਤੋਂ ਲੈ ਕੇ ਪੈਸੰਜਰ ਤੱਕ ਮਹਿੰਗਾਈ ਹੋ ਜਾਏਗੀ। ਉਹਦੇ ਚੁੱਲ੍ਹੇ 'ਚ ਜਿਹੜਾ ਪੈਸਾ, ਜਿਹੜਾ ਅਨਾਜ ਜਿੰਨੇ ਪੈਸੇ ਦਾ ਜਾਣਾ ਸੀ, ਜਿੰਨੇ ਦੀ ਰੋਜੀ ਰੋਟੀ ਉਹਦੀ ਹੋਣੀ ਸੀ, ਉਹਦੇ 'ਚ ਐਡੀਸ਼ਨ ਹੋ ਜਾਏਗੀ। ਤੁਸੀਂ ਉਹਦੇ 'ਚ ਮਹਿੰਗਾਈ ਕਰਤੀ, ਉਹਨਾਂ ਤੱਕ ਜਾਣਾ ਸੀ। ਔਰ 2 ਰੁਪਏ ਲੀਟਰ ਪੰਜਾਬ ਦੀ ਗੌਰਮੈਂਟ ਨੇ ਲਾਤਾ। ਤੁਸੀਂ ਤਾਂ ਉਹਨਾਂ 'ਤੇ ਬੋਝ ਇਸ ਲੈਵਲ ਦਾ ਪਾਤਾ। 800 ਕਰੋੜ ਰੁਪਏ ਦਾ ਪੰਜਾਬ ਦੀ ਸਰਕਾਰ ਨੇ ਇਕੱਲੇ ਡੀਜ਼ਲ ਦਾ ਵਿਰੋਧ ਪਾਤਾ ਪੰਜਾਬ ਦੇ ਲੋਕਾਂ ਦੇ ਸਿਰ, ਤੇ ਜਿਹ 'ਚੋਂ 260 ਕਰੋੜ ਰੁਪਈਆ ਕਿਸਾਨਾਂ ਸਿਰ ਪੈ ਗਿਆ ਸਿੱਧੇ ਤੌਰ 'ਤੇ, ਕਿਉਂਕਿ 13 ਲੱਖ ਕਿਲੋ ਲੀਟਰ ਡੀਜ਼ਲ ਕਿਸਾਨੀ 'ਚ ਪੁੱਗਦਾ ਇੱਕ ਸਾਲ ਦੇ ਵਿੱਚ, ਜਿਹੜਾ ਤੁਸੀਂ ਉਹ ਕਰ ਰਹੇ ਹੋ। ਔਰ ਮੋਦੀ ਨੇ ਤਾਂ 1,60,000 ਕਰੋੜ ਰੁਪਏ ਦਾ ਚੱਕਤਾ ਕੰਮ ਉਸ ਪੱਧਰ ਦੇ ਉੱਤੇ। ਤਾਂ ਕਿੱਥੋਂ ਲਿਆ ਕੇ ਤੁਸੀਂ ਦੇ ਰਹੇ ਹੋ? ਮੇਰਾ ਹੀ ਸਿਰ, ਮੇਰੀਆਂ ਹੀ ਜੁੱਤੀਆਂ। ਤੁਸੀਂ ਟੈਕਸ ਲਾਈ ਚੱਲੋ, ਜਿਹੜਾ ਮੈਨੂੰ ਰਿਬੇਟ ਪਾਲਿਸੀ ਦਾ ਮਿਲਣਾ ਉਹ ਵੀ ਨਾ ਦਿਓ, ਤੇ ਤੁਸੀਂ ਫਿਰ ਕਹੋ ਕਿ ਅਸੀਂ ਦੇ ਰਹੇ ਹਾਂ ਜੀ ਤੁਹਾਨੂੰ। ਇਹ ਇੱਕ ਬਹੁਤ ਵੱਡਾ ਇੱਕ ਫਰਾਡ ਉਸ ਲੈਵਲ ਦਾ। ਤੇ ਹੁਣ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਨੇ 8,70,000 ਤੇ 1,60,000 ਉਹ ਜੋੜ ਲਓ, ਤੇ ਤੁਹਾਡੇ ਕੋਲ 10 ਲੱਖ ਕਰੋੜ ਤੋਂ ਉੱਪਰ ਤਾਂ 11 ਲੱਖ ਕਰੋੜ ਤਾਂ ਇਹ ਹੋ ਚੁੱਕੇ, ਜਮ੍ਹਾਂ ਹੋ ਚੁੱਕੇ, ਜਿਹਦਾ ਕੋਈ ਅਜੇ ਤੱਕ ਫਾਇਦਾ ਨਹੀਂ ਦਿਖਾਈ ਦੇ ਰਿਹਾ। ਇੱਕ ਹੋਰ ਸੰਕੇਤ ਹੈ ਇਹਦੇ ਵਿੱਚੋਂ, ਤੁਸੀਂ ਜਦੋਂ ਵੀ ਦੇਖਦੇ ਹੋ ਕਿ ਜਦੋਂ CII ਦਾ ਕੋਈ ਵੀ ਮੁਖੀ ਆ ਕੇ ਬੋਲਦਾ TV ਚੈਨਲ ਤੇ ਕੱਲ੍ਹ ਦਾ, ਉਹ ਬਾਗੋ ਬਾਗ ਹੈ। ਉਹ ਕਰਿਆ ਪ੍ਰਧਾਨ ਮੰਤਰੀ ਨੇ ਅਣਕਿਆਸਿਆ ਫੈਸਲਾ ਦਿੱਤਾ ਹੈ, ਬਹੁਤ ਖੁਸ਼ ਹੈ। ਔਰ ਪ੍ਰਧਾਨ ਹੈ ਸਾਡੇ ਇੱਕ ਇੰਡਸਟਰੀ ਪੰਜਾਬ 'ਚ ਵੀ ਲੱਗੀ ਹੈ ਕਿਰਲੋਸਕਰ ਟਰੈਕਟਰ ਵਾਲੀ, ਉਹ ਪ੍ਰੈਜ਼ੀਡੈਂਟ ਹੈ ਇੰਡਸਟਰੀਲਿਸਟਾਂ ਦਾ ਇਸ ਸਮੇਂ ਆਲ ਇੰਡੀਆ ਲੈਵਲ 'ਤੇ। ਤੇ ਰਾਤ ਉਹ ਸੀ ਤੇ ਬਾਕੀ ਸੀ TV ਚੈਨਲਾਂ 'ਤੇ ਐਨ ਉਹਨਾਂ ਦੇ ਚਿਹਰੇ 'ਤੇ ਗਲੋ ਨਜ਼ਰ ਆ ਰਿਹਾ ਸੀ। ਉਸੇ ਹੀ ਸਮੇਂ ਲੱਖਾਂ ਮਜ਼ਦੂਰ ਸੜਕਾਂ 'ਤੇ, ਕੋਈ ਟੇਬਲੇ ਟਰੈਕ 'ਤੇ ਪਿਆ, ਕੋਈ ਕਿਤੇ ਹੈ, ਉਹਨਾਂ ਦੇ ਚਿਹਰੇ ਮੁਰਝਾਏ ਨੇ ਤੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਸਾਡੀ ਕੋਈ ਮਿਨੀਮਮ ਵੇਜ ਵੀ ਜਾ ਰਹੀ ਹੈ, ਸਾਡਾ ਕਾਨੂੰਨ ਵੀ ਜਾ ਰਿਹਾ ਹੈ, ਸਾਡੀ ਹਰ ਤਰ੍ਹਾਂ ਦੀ ਸੁਰੱਖਿਆ ਦੀ ਗਰੰਟੀ ਜਾ ਰਹੀ ਹੈ, ਤੇ ਉਹਦਾ ਕੀ ਬਣੂਗਾ ਉਹਨੂੰ ਕੋਈ ਪਤਾ ਨਹੀਂ। ਇਹ ਤੋਂ ਸਿੱਧਾ ਸੰਕੇਤ ਇਹ ਹੈ ਕਿ ਅਸੀਂ ਅਜੇ ਵੀ ਉਸੇ ਅਮੀਰ ਆਦਮੀ ਦੇ ਖਾਤੇ, ਜਿਨ੍ਹਾਂ ਦਾ ਇਸੇ ਲਾਕਡਾਊਨ 'ਚ 68,000 ਕਰੋੜ ਰੁਪਈਆ NPA ਕਹਿ ਕੇ ਅਸੀਂ ਮਾਫ ਕਰ ਚੁੱਕੇ ਹਾਂ, ਉਸੇ 11 ਲੱਖ ਕਰੋੜ 'ਚ 68,000 ਕਰੋੜ ਉਹ ਪਾ ਦਿਓ ਵਿੱਚ, ਤੇ ਉਹ ਸਾਰੇ ਅਜੇ ਵੀ ਉਹਨਾਂ ਹੋਰ ਫਾਇਦੇ ਲੈਣ ਦੀ ਪੋਜੀਸ਼ਨ ਦੇ ਵਿੱਚ ਹੋਣਗੇ। ਮੈਨੂੰ ਇਹ ਲੱਗਦਾ ਸੀ ਕਿ ਜਦੋਂ ਜੇਕਰ ਚਾਹੀਦਾ ਹੁੰਦਾ ਹੈ ਕਿ ਜੇ ਮੋਦੀ ਸਰਕਾਰ ਇਹ ਕਹਿੰਦੀ ਸੀ ਕਿ ਅਸੀਂ ਕਰਨਾ ਹੈ, ਤਾਂ ਪਹਿਲਾਂ ਹੀ ਜਿੱਦਣੋਂ ਪ੍ਰਧਾਨ ਮੰਤਰੀ ਨੇ ਪਹਿਲੇ ਵਾਰ ਐਲਾਨ ਕੀਤਾ ਕਿ ਇਹਨਾਂ ਦੀਆਂ ਤਨਖਾਹਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਤਨਖਾਹਾਂ ਕੱਟੀਆਂ ਨਹੀਂ ਜਾਣੀਆਂ ਚਾਹੀਦੀਆਂ, ਤਾਂ ਪ੍ਰਧਾਨ ਮੰਤਰੀ ਉਹ ਮਜ਼ਦੂਰ ਤਾਂ ਖਾਤੇ ਆਣੇ ਨੇ ਨਾ, ਫੈਕਟਰੀ ਮਜ਼ਦੂਰ, ਬਾਕੀ ਜਿਹੜੇ ਜਾ ਰਹੇ ਨੇ ਸੰਗਠਿਤ ਖੇਤਰ ਦੇ ਨੇ, ਉਹਨਾਂ ਨੂੰ ਕਹਿੰਦੇ ਕਿ 25% ਤੁਸੀਂ ਪਾਓ ਤਨਖਾਹ, 75% ਅਸੀਂ ਪਾਉਂਦੇ ਹਾਂ, ਮਜ਼ਦੂਰਾਂ ਦੇ ਖਾਤਿਆਂ 'ਚ ਫੁੱਲ ਤਨਖਾਹ ਗੌਰਮੈਂਟ ਪਾਉਂਦੀ ਜੀ। ਫਿਰ ਮੰਨਦੇ ਕਿ ਹਾਂ ਗੌਰਮੈਂਟ ਨੇ ਕੋਈ ਪੈਕੇਜ ਦਿੱਤਾ ਜਿਹੜਾ ਉੱਥੇ ਤੱਕ ਚਲਾ ਗਿਆ, ਤੇ ਹਰ ਹਫ਼ਤੇ ਰਿਪੋਰਟ ਲੈਂਦੇ ਕਿ ਇੰਨੇ ਚਲੇ ਗਏ ਤੁਹਾਡੇ ਖਾਤੇ 'ਚ, ਨਹੀਂ ਚਲੇ ਗਏ, ਲੋਕਲ ਬੰਦਿਆਂ ਦੀ ਜ਼ਿੰਮੇਵਾਰੀ ਹੁੰਦੀ, ਫਿਰ ਇਹ ਖਾਤਾ ਉੱਥੇ। ਜਦੋਂ ਤੁਸੀਂ ਮਜ਼ਦੂਰ ਨੂੰ ਨਹੀਂ ਦੇ ਰਹੇ, ਇੰਡਸਟਰੀਲਿਸਟ ਨੂੰ ਦੇ ਰਹੇ ਹੋ, ਉਹਦੇ ਖਾਤੇ 'ਚ ਪਾਊਗਾ ਨਹੀਂ ਪਾਊਗਾ, ਉਹਨੂੰ ਦਿਹਾੜੀ ਦਊਗਾ ਜਾਂ ਨਹੀਂ ਦੇਊਗਾ। ਹੁਣ ਵੀ ਮਿਨੀਮਮ ਵੇਜ ਕਿੰਨੇ ਲੋਕ ਲਾਗੂ ਕਰਦੇ ਨੇ, ਉਹ ਤਾਂ ਇੱਕ ਐਕਟ ਹੀ ਹੈ ਨਾ, ਚਲੋ ਉਹਦੇ ਨਾਲ ਕੋਰਟ ਜਾ ਸਕਦਾ ਬੰਦਾ, ਤੁਸੀਂ ਉਹਦਾ ਕੋਰਟ ਜਾਣ ਦਾ ਰਸਤਾ ਵੀ ਖੋਹ ਰਹੇ ਹੋ। ਤੇ ਜੇਕਰ ਉਹ ਨਹੀਂ ਦੇਗਾ ਪੂਰੀ ਦੀ ਪੂਰੀ ਵਰਤੋਂ, ਉਹ ਤਾਂ ਛੱਡੋ, ਇਹ ਤਾਂ ਵਿਚਾਰੇ ਮਜ਼ਦੂਰ ਨੇ, ਅਨਪੜ੍ਹ ਨੇ, ਉੱਥੇ ਕੰਮ ਕਰਦੇ ਨੇ। ਇੱਥੇ MA PhD MPhil ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ, ਪ੍ਰਾਈਵੇਟ ਹਸਪਤਾਲਾਂ ਦੇ ਵਿੱਚ, ਪ੍ਰਾਈਵੇਟ ਬਾਕੀ ਜਗ੍ਹਾ 5-5 ਹਜ਼ਾਰ ਰੁਪਏ 'ਤੇ ਬੱਚੇ ਕੰਮ ਕਰ ਰਹੇ ਨੇ। ਕਹਿਣ ਨੂੰ ਉਹ ਪੜ੍ਹਾਉਂਦੇ ਨੇ, ਉਹਨਾਂ ਨੂੰ 15,000 ਰੁਪਇਆ ਦਿੱਤਾ ਜਾਂਦਾ, ਉਹ ਕਹਿੰਦੇ 10,000 ਸਾਨੂੰ ਮੋੜ ਦੀ, 5,000 ਪ੍ਰੈਕਟੀਕਲ ਤੂੰ ਰੱਖ ਲਈ ਆਪਦਾ, ਖਾਤੇ 'ਚੋਂ ਕਢਾ ਕੇ ਸਾਨੂੰ ਦੇ ਦੇ। ਹਾਂ, ਇਹ ਟੈਕਨੀਕਲ ਕਾਲਜਾਂ ਬਾਰੇ, ਪੰਜਾਬ ਦਿਆਂ ਬਾਰੇ ਜਿੰਨਾ ਕਿ ਮੈਨੂੰ ਜਾਣਕਾਰੀ ਮਿਲੀ ਹੈ, ਮੈਂ ਦੱਸ ਦੇਣਾ ਚਾਹੁੰਦੀ ਹਾਂ ਕਿ ਉਹ ਜਿਹੜਾ ਅਧਿਆਪਕ ਰੱਖਦੇ ਨੇ ਟੈਕਨੀਕਲ ਯੂਨੀਵਰਸਿਟੀਆਂ ਕਾਲਜਾਂ 'ਚ ਪੜ੍ਹਾਉਣ ਲਈ, ਤਾਂ ਉਹਦੇ 'ਤੇ ਇਹ ਸ਼ਰਤ ਲਾਈ ਜਾਂਦੀ ਹੈ ਵੀ ਤੂੰ ਆਏ ਸਾਲ 5 ਵਿਦਿਆਰਥੀ ਲਿਆਉਣੇ ਨੇ
ਨਵੇਂ ਜਿਹੜੇ ਇੱਥੇ ਦਾਖਲਾ ਲੈਣਗੇ, ਨਹੀਂ ਤਾਂ ਤੁਸੀਂ ਜਾ ਸਕਦੇ ਹੋ। ਇਸ ਤਰ੍ਹਾਂ ਦਾ ਵੀ ਆਪਾਂ ਫਿਰ ਮਜ਼ਦੂਰਾਂ 'ਤੇ ਪਰਤਦੇ ਹਾਂ। ਮੋਦੀ ਸਾਹਿਬ ਦੇ ਐਲਾਨ ਦੇ ਨਾਲ ਕਿ ਇਹ ਜਿਹੜੇ ਮਜ਼ਦੂਰ ਹਾਲੇ ਵੀ ਸੜਕਾਂ 'ਤੇ ਨੇ, ਆਪਣੇ ਰੁਜ਼ਗਾਰ ਵਾਲੇ ਸੂਬਿਆਂ ਤੋਂ ਚੱਲ ਚੁੱਕੇ ਨੇ, ਵਿਚਕਾਰ ਕਿਤੇ ਲਟਕੇ ਹੋਏ ਨੇ, ਅਤੇ ਇਹਨਾਂ ਲਈ ਸਰਕਾਰ ਕੋਲੇ ਕੋਈ ਰਾਹਤ ਨਹੀਂ ਹੈ, ਕੋਈ ਉਹਨਾਂ ਦੀ ਬਾਂਹ ਫੜਨ ਵਾਲਾ ਨਹੀਂ ਹੈਗਾ। ਪਰ ਇੱਕ ਪਾਸੇ ਸਰਕਾਰ ਵੱਖ-ਵੱਖ ਥਾਵਾਂ 'ਤੇ ਫਸੇ, ਜਿਵੇਂ ਮਿਡਲ ਕਲਾਸ ਹੈ, ਜਿਵੇਂ ਮਿਡਲ ਕਲਾਸ ਨੂੰ ਗਿਲਾ ਕਿ ਉਹਨਾਂ ਦੀ ਬਾਂਹ ਨਹੀਂ ਫੜੀ ਜਾ ਰਹੀ, ਜਦ ਕਿ ਮਿਡਲ ਕਲਾਸ ਦੇ ਵੱਖ-ਵੱਖ ਥਾਵਾਂ 'ਤੇ ਫਸੇ ਵਿਦਿਆਰਥੀਆਂ ਨੂੰ ਯੂਪੀ ਸਰਕਾਰ ਨੇ ਬੜੀਆਂ AC ਬੱਸਾਂ ਤੋਂ ਭੇਜ ਕੇ ਮੰਗਾਇਆ, ਅਤੇ ਵਿਦੇਸ਼ਾਂ 'ਚੋਂ ਲਿਆਂਦੇ ਜਾ ਰਹੇ ਨੇ ਭਾਰਤੀ ਬੰਦੇ ਭਾਰਤ ਮਿਸ਼ਨ ਆਖ ਕੇ। ਅਤੇ ਉਹਨਾਂ ਤੋਂ ਇਹ ਗੱਲ ਵੱਖਰੀ ਹੈ ਕਿ ਉਹਨਾਂ ਤੋਂ ਫੀਸ, ਉਹਨਾਂ ਦੀਆਂ ਟਿਕਟਾਂ ਲਈਆਂ ਜਾ ਰਹੀਆਂ, ਉਹਨਾਂ ਤੋਂ ਖਰਚਾ ਸਾਰਾ ਲਿਆ ਜਾ ਰਿਹਾ, ਕੋਈ ਖਰਚ ਪੱਲਿਓ ਨਹੀਂ ਕਰ ਰਹੇ। ਪਰ ਇੱਕ ਵਿਸ਼ੇਸ਼ ਹਾਲਾਤ ਵਿੱਚ ਉਹਨਾਂ ਨੂੰ ਸਹੂਲਤ ਤਾਂ ਉਹਨਾਂ ਲੋਕਾਂ ਨੂੰ ਮਿਲੀ ਹੈ ਨਾ, ਅਤੇ ਉੱਥੇ ਮਜ਼ਦੂਰਾਂ ਨੂੰ ਤਾਂ ਬੜੇ ਥੋੜ੍ਹੇ ਜਿਹੇ 'ਚ ਸਰ ਜਾਣਾ ਸੀ, ਸਧਾਰਨ ਬੱਸਾਂ ਨਾਲ ਸਰ ਜਾਣਾ ਸੀ। ਅਤੇ ਕੀ ਉਹਨਾਂ ਦੀ ਨਾਗਰਿਕਤਾ ਬਾਰੇ ਆਪਾਂ ਹੁਣ ਸਵਾਲ ਉਠਾਈਏ ਕਿ ਉਹ ਇਸ ਮੁਲਕ ਦੇ ਨਾਗਰਿਕ ਹੀ ਨਹੀਂ ਹੈਗੇ? ਸੜਕਾਂ 'ਤੇ ਤੁਰੇ ਫਿਰਦੇ ਲੋਕ ਗੈਰ ਸਟੇਟ ਵਾਲੇ ਹੋ ਗਏ। ਉਹਦੇ 'ਚ ਇਹ ਹੈ, ਮੈਨੂੰ ਇਹ ਲੱਗਦਾ ਕਿ ਜਿਵੇਂ ਵਿਕਸਿਤ ਦੇਸ਼ਾਂ ਨੇ ਕੀਤਾ ਕਿ ਉਹ ਆਪਣੇ ਨਾਗਰਿਕਾਂ ਨੂੰ ਸ਼ੁਰੂ ਤੋਂ ਹੀ ਲੈ ਗਏ, ਪਹਿਲਾਂ ਹੀ ਫਲਾਈਟਾਂ ਉਹਨਾਂ ਦੀਆਂ ਚਾਰਟਰਡ ਫਲਾਈਟਾਂ ਆਉਂਦੀਆਂ ਸੀ ਅਤੇ ਉਹ ਲੈ ਕੇ ਗਏ ਨੇ। ਸਾਨੂੰ ਵੀ ਚਾਹੇ ਸਾਡੇ ਬਾਹਰ ਫਸ ਗਏ ਬੰਦੇ, ਮੇਨ ਬੰਦੇ ਵੀ ਨੇ, ਉਹਨਾਂ ਨੂੰ ਲਿਆਉਣਾ ਚਾਹੀਦਾ, ਕੋਈ ਹਰਜ ਨਹੀਂ ਹੈ ਇਸ ਗੱਲ ਦੇ ਵਿੱਚ। ਪਰ ਉਹਦੇ 'ਚ ਵੀ ਇੱਕ ਫਰਕ ਕਰਨ ਦੀ ਲੋੜ ਹੈ। ਕੁਝ ਉਹ ਬੱਚੇ ਗਏ ਨੇ ਜਿਹੜੇ ਫਸ ਗਏ, ਜਿਹੜੇ ਆਉਣਾ ਚਾਹੁੰਦੇ ਨੇ, ਜਿਨ੍ਹਾਂ ਦੇ ਮਾਪਿਆਂ ਨੇ ਕਰਜ਼ਾ ਚੱਕ ਕੇ ਮਤਲਬ ਭੇਜਤਾ, ਅਤੇ ਹੁਣ ਉੱਥੇ ਉਹਨਾਂ ਦਾ ਕੰਮ ਨਹੀਂ ਚੱਲ ਰਿਹਾ, ਉਹ ਵਾਪਸ ਆਉਣਾ ਚਾਹੁੰਦੇ ਨੇ। ਉਹਨਾਂ ਨੂੰ ਕਹਿੰਦੇ ਨੇ ਜਿਹੜਾ ਇਕਾਂਤਵਾਸ 'ਚ ਰੱਖਣਾ ਉਹ ਖਰਚ ਵੀ ਤੁਸੀਂ ਦੇਣਾ, ਅਤੇ ਜਹਾਜ਼ ਦਾ ਕਿਰਾਇਆ ਵੀ ਤੁਸੀਂ ਦੇਣਾ। ਉਹਦੇ 'ਚ ਫਰਕ ਪਾਉਣਾ ਚਾਹੀਦਾ ਦੋਨਾਂ ਦੇ ਵਿੱਚ। ਅਤੇ ਜਿਹੜਿਆਂ ਦੇ ਕੋਲ ਨਹੀਂ ਹੈ ਉਹਨਾਂ ਦਾ ਪੈਸਾ ਇਹਨਾਂ ਨੂੰ ਦੇਣਾ ਚਾਹੀਦਾ। ਪਰ ਇਹ ਦੇ ਕਿੱਥੇ ਰਹਿਣਗੇ? ਮਜ਼ਦੂਰਾਂ ਦੇ ਲਈ ਕਲੀਅਰ ਕੱਟ ਸਟੇਟਾਂ ਦੀਆਂ ਸਰਕਾਰਾਂ ਨੇ, ਅਤੇ ਕੇਂਦਰ ਸਰਕਾਰ ਤਾਂ ਸ਼ੁਰੂ ਤੋਂ ਹੀ ਕਹਿੰਦੀ ਆ ਰਹੀ ਹੈ ਵੀ ਪੈਸੇ ਤੁਸੀਂ ਆਪ ਖਰਚੋਗੇ ਟ੍ਰੇਨ ਦੇ। ਉਹ ਤਾਂ ਜਦੋਂ ਸੋਨੀਆ ਗਾਂਧੀ ਨੇ ਇੱਕ ਸਟ੍ਰੋਕ ਦੇ ਵਿੱਚ ਇਹ ਕਹਿਤਾ, ਕਿਤੇ ਇੱਕ ਟਵੀਟ ਕਰਤਾ ਕਿ ਕਾਂਗਰਸ ਪਾਰਟੀ ਉਹਨਾਂ ਦੇ ਲਈ ਖਰਚਾ ਚੱਕੇਗੀ ਸਟੇਟ ਵਾਈਜ਼, ਉਸੇ ਦਿਨ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਕਿ ਨਹੀਂ, 85% ਰੇਲਵੇ ਨੇ ਪਹਿਲਾਂ ਹੀ ਛੂਟ ਦਿੱਤੀ ਹੋਈ ਆ। ਅੱਜ ਤੱਕ ਇੱਕ ਪੈਸੇ ਦੀ ਛੂਟ ਨਹੀਂ, ਉਹ ਵੀ ਫਰਾਡ ਹੈ। ਬਿਲਕੁਲ ਛੂਟ ਨਹੀਂ ਹੈ। ਪੈਕੇਜ ਦੀ ਗੱਲ ਕਰ ਰਹੇ ਹਾਂ, ਉਹ ਗੱਲ ਵੀ ਆਪਣੇ ਆਪ 'ਚ ਗਲਤ ਹੈ। ਇਹ ਸੂਬੇ ਸਰਕਾਰ ਵੀ ਔਰ ਕੇਂਦਰ ਸਰਕਾਰ ਵੀ ਇਹ ਗੈਰ ਮਨੁੱਖੀ ਵਿਵਹਾਰ ਕਰ ਰਹੇ ਨੇ ਮਜ਼ਦੂਰਾਂ ਦੇ ਨਾਲ। ਇਹ ਨਾਗਰਿਕ ਦਾ ਸਵਾਲ ਨਹੀਂ, ਇਹ ਮਨੁੱਖ ਦੇ ਪ੍ਰਤੀ ਵੀ ਗੈਰ ਮਾਨਵੀ ਸਲੂਕ ਹੈ। ਮਤਲਬ ਉਹ ਤਾਂ ਹੋਰ ਹੈ। ਲੋਕ ਤਾਂ ਗੱਲਾਂ ਇਸ ਗੱਲ ਦੀਆਂ ਵੀ ਕਰ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਕਿ ਲਾਕਡਾਊਨ ਦੇ ਵਿੱਚ ਪਤਾ ਨਹੀਂ ਕਿੰਨੇ ਜਾਨਵਰ ਵਿਚਾਰੇ ਮਰ ਰਹੇ ਨੇ, ਜਿਹੜੇ ਖੁੱਲ੍ਹੇ, ਜਦੋਂ ਲੋਕਾਂ ਦਾ ਕਾਰੋਬਾਰ ਖੁੱਲ੍ਹਾ ਸੀ ਉਹਦੇ 'ਤੇ ਜਿਉ ਰਹੇ ਸੀ। ਉਹਨਾਂ ਦਾ ਤਾਂ ਸਾਡੇ ਦਰਦ ਨਹੀਂ, ਉਹ ਤਾਂ ਸਾਡੇ ਘੇਰੇ 'ਚ ਹੀ ਨਹੀਂ ਖੈਰ ਹਜੇ, ਜਦੋਂ ਸਾਨੂੰ ਮਨੁੱਖੀ ਦਰਦ ਹੀ ਨਹੀਂ ਹੈਗਾ, ਸਾਡੇ ਮਨੁੱਖੀ ਉਹੀ ਨਹੀਂ ਹੈ। ਪਰ ਮਤਲਬ ਦੋਨ ਦਰਜੇ ਦੇ ਸਿਟੀਜ਼ਨ ਦਾ ਜਿਹੜਾ ਕੁਐਸਚਨ ਹੈ ਤੁਹਾਡੇ ਸਾਹਮਣੇ ਹੈ। ਔਰ ਇੱਕ ਵੀਡੀਓ ਆ ਰਹੀ ਸੀ ਧਰਾਵੀ ਦੀ, ਮੁੰਬਈ ਦੀ, ਜਿੱਥੇ ਬਹੁਤ ਨੇੜੇ ਲੱਖਾਂ ਲੋਕ ਰਹਿੰਦੇ ਨੇ ਛੋਟੇ ਛੋਟੇ ਜਿਹੇ ਦਾਇਰੇ ਦੇ ਵਿੱਚ, ਅਤੇ ਉਹਨਾਂ 'ਚੋਂ ਜਿਨ੍ਹਾਂ ਬੰਦਿਆਂ ਨੇ ਜਾਣਾ ਸੀ, ਜਿਹੜਾ ਪਰਫਾਰਮ ਹੈ, ਜਿਹੜਾ ਔਨਲਾਈਨ ਤੁਸੀਂ ਭਰਦੇ ਹੋ, ਉਹ ਸਾਰਾ ਅੰਗਰੇਜ਼ੀ 'ਚ। ਕਿੰਨੇ ਮਜ਼ਦੂਰ ਅੰਗਰੇਜ਼ੀ ਜਾਣਦੇ ਨੇ? ਕਿੰਨੇ ਮਜ਼ਦੂਰ ਜਿਹੜੇ ਆਲੇ ਦੁਆਲੇ ਜਾਏ ਨੇ, ਉਹਨਾਂ ਦੀ ਲੁੱਟ ਕਰਾਉਣ ਦੇ ਵਾਸਤੇ ਤੁਸੀਂ ਲੋਕਾਂ ਦਲਾਲਾਂ ਕੋਲ ਭੇਜਦੇ ਹੋ ਮੁੜ ਕੇ ਕਿ ਮੇਰੀ ਜੀ ਆ ਔਨਲਾਈਨ ਰਜਿਸਟਰਡ ਕਰ ਦਿਓ। ਕੋਈ 50 ਰੁਪਏ ਲੈਂਦਾ, ਕੋਈ 100, ਕੋਈ 200 ਰੁਪਏ, ਕੋਈ 500 ਰੁਪਏ। ਔਰ ਤੁਸੀਂ ਇੰਨਾ ਨਹੀਂ ਕਰ ਸਕਦੇ ਆਪਦੇ ਜ਼ਿਲ੍ਹੇ 'ਚ 4-4 ਬੰਦੇ ਬਿਠਾ ਦਿਓ, 10-10 ਬੰਦੇ ਬਿਠਾ ਦਿਓ ਕਿ ਆਹ ਪੰਜਾਬੀ ਜਾਣਦਾ, ਪੰਜਾਬੀ 'ਚ ਤੇਰਾ ਭਰ ਦੂਗਾ, ਆਹ ਫਲਾਨਾ ਜਾਣਦਾ, ਫ੍ਰੀ ਤੌਰ 'ਤੇ। ਇਹ ਸਾਰੀਆਂ ਚੀਜ਼ਾਂ ਇਸ ਲੈਵਲ ਦੇ ਉੱਤੇ ਹੋਣਗੀਆਂ। ਔਰ ਉਹਨਾਂ ਮਾਤ ਭਾਸ਼ਾਵਾਂ ਤੋਂ ਜੇ ਤੁਹਾਨੂੰ ਅੰਗਰੇਜ਼ੀ ਆਉਂਦੀ ਹੈ ਇਕੱਲੀ, ਇਹ ਤਾਂ ਸਾਰੇ ਸੰਸਕ੍ਰਿਤੀ ਔਰ ਹਿੰਦੀ ਦਾ ਜਾਪ ਹੋ ਰਿਹਾ ਇਸ ਦੇਸ਼ ਦੇ ਵਿੱਚ ਤਾਂ ਘੱਟੋ ਘੱਟ। ਅਤੇ ਤੁਸੀਂ ਬੰਦੇ ਬਿਠਾਓ, ਟਰਾਂਸਲੇਟਰ ਉੱਥੇ ਬਿਠਾ ਕੇ ਉਹ ਕਰਨ, ਉਹ ਪੰਜਾਬੀ 'ਚ ਭੇਜੇ, ਉਹ ਆਪਣੀ ਮਾਤ ਭਾਸ਼ਾ 'ਚ ਭੇਜੇਗਾ, ਉਹ ਭੋਜਪੁਰੀ 'ਚ ਭੇਜੇ, ਉਹ ਜਿਹਦੇ 'ਚ ਮਰਜ਼ੀ ਭੇਜੇ। ਬਿਲਕੁਲ। ਅਤੇ ਇਹਦੇ ਨਾਲ ਫਿਰ ਤੁਸੀਂ ਕਹਿੰਦੇ ਤੁਹਾਨੂੰ SMS ਆਏਗਾ, ਅਤੇ SMS ਵੀ ਤੁਸੀਂ ਅੰਗਰੇਜ਼ੀ 'ਚ ਭੇਜੋਗੇ ਨਾ। ਉਹਦੇ ਕੋਲੋਂ SMS ਲਈ ਉਸ ਲੈਵਲ ਦੇ ਕਈ ਵਾਰ ਫੋਨ ਹੈ, ਬਹੁਤ ਕੋਲ ਫੋਨ, ਸਮਾਰਟਫੋਨ ਸਭ ਕੋਲ ਨਹੀਂ ਹੈਗੇ। ਜੇ ਦੂਜਾ ਟੈਕਸਟ ਮੈਸੇਜ ਭੇਜੋਗੇ, ਸਾਰਿਆਂ ਕੋਲ ਫੋਨ ਹੈ, ਇਹ ਕੋਈ ਗਰੰਟੀ ਨਹੀਂ ਹੈ। ਦੂਜਾ ਵੀ ਫੋਨ ਹੈ, ਇਹ ਵੀ ਕੋਈ ਗਰੰਟੀ ਨਹੀਂ ਹੈ। ਔਰ ਫਿਰ ਉਹ ਪੜ੍ਹਾਉਂਦਾ ਫਿਰੇ ਕਿਸੇ ਤੋਂ ਕਿ ਮੇਰਾ ਕਦੋਂ ਆਇਆ, ਕਦੋਂ ਨਹੀਂ ਆਇਆ, ਕਦ ਨਹੀਂ ਹੈ। ਤੁਸੀਂ ਕੋਈ ਇਹੋ ਜਿਹਾ ਸਿਸਟਮ ਨਹੀਂ ਹਜੇ ਤੱਕ ਉਹਨਾਂ ਲਈ ਬਣਾ ਰਹੇ। ਇਹ ਸਾਰੀਆਂ ਚੀਜ਼ਾਂ ਡੀਸੈਂਟਰਲਾਈਜੇਸ਼ਨ ਨਾਲ ਆਉਂਦੀਆਂ ਨੇ। ਮੋਦੀ ਸਰਕਾਰ ਤਾਂ ਸਟੇਟਾਂ ਨੂੰ ਨਹੀਂ ਪੁੱਛ ਰਹੀ, ਇਹ ਟੋਟਲ ਪੈਕੇਜ ਸਟੇਟਾਂ ਨਾਲ ਸਲਾਹ ਕੀਤਾ। ਇਹਦੇ 'ਚੋਂ ਸਟੇਟਾਂ ਨੂੰ ਕਿੰਨਾ ਜਾਏਗਾ ਜਿਹੜਾ ਉਹ ਆਪ ਖਰਚ ਕਰ ਲੈਣ ਆਪਣੇ ਆਪ ਨੂੰ, ਜਾਂ ਆਪਣੀ ਸਰਦਾਰੀ ਦੇ ਰੂਪ ਦੇ ਵਿੱਚ ਜਾਏਗਾ। ਸਟੇਟ ਨੂੰ ਤੁਸੀਂ ਪੰਜੀ ਨਹੀਂ ਦੇਣੀ, ਔਰ ਸਟੇਟਾਂ ਰੋ ਰਹੀਆਂ ਨੇ ਕਿ ਸਾਨੂੰ ਪੈਸੇ ਦਿਓ, ਇਹ ਤੋਂ ਬਿਨਾਂ ਕੰਮ ਨਹੀਂ ਚੱਲਦਾ। ਔਰ ਉਹ ਸਟੇਟਾਂ ਨੂੰ ਤੁਸੀਂ ਟਰਾਂਸਫਰ ਕੀਤਾ। ਜੇ 10 ਲੱਖ ਕਰੋੜ ਸਟੇਟਾਂ ਨੂੰ ਦੇ ਕੇ ਕਹਿੰਦੇ ਕਿ ਆਪਦੇ ਤਰੀਕੇ ਦੇ ਨਾਲ ਆਪਣੇ ਸਟੇਟ ਦੇ ਵਿੱਚ ਤੁਸੀਂ ਆਹ ਕਰ ਲਓ ਜਿਹੜੀਆਂ ਚੀਜ਼ਾਂ ਤੁਸੀਂ ਕਰਨਾ ਚਾਹੁੰਦੇ ਹੋ,
ਔਰ ਉਦੋਂ ਜਗ੍ਹਾ ਸਟੇਟਾਂ ਹੇਠਲੇ ਲੈਵਲ ਤੇ ਦਿੰਦੀਆਂ ਕਿ ਲੈ ਲੋਕਲ ਲੈਵਲ ਤੇ ਅਸੀਂ ਪੰਚਾਇਤਾਂ ਤੋਂ ਲੈ ਕੇ ਸਭ ਨੂੰ ਸ਼ਾਮਲ ਕਰ ਲਿਆ, ਤੁਸੀਂ ਆਪਣੇ ਆਪਣੇ ਖੇਤਰ ਦੇ ਵਿੱਚ ਕਰ ਲਓ, ਤਾਂ ਇਹ ਸੰਭਵ ਸੀ। ਕੱਲਾ PMO 'ਚ ਬੈਠ ਕੇ, ਕੱਲਾ CMO 'ਚ ਬੈਠ ਕੇ ਜਿਹੜੇ ਫੈਸਲੇ ਨੇ ਉਹ ਨਹੀਂ ਹੋਣੇ ਉਸ ਪੱਧਰ ਦੇ ਉੱਤੇ। ਔਰ ਇਹ ਸਾਰੇ ਕਹਿ ਰਹੇ ਨੇ, ਜੇ ਦੇਸ਼ ਦੇ ਵਿੱਚ ਈਵਨ BJP ਦੇ ਬੰਦਿਆਂ ਨੂੰ ਮਜਬੂਰੀ 'ਚ ਕਹਿਣਾ ਪੈ ਰਿਹਾ ਜਿਹੜੇ ਚੀਫ ਮਿਨਿਸਟਰ ਨੇ ਕਿ ਨਹੀਂ ਜੀ ਠੀਕ ਹੈ, ਪਰ ਹੇਠਾਂ ਹਾਲਤ ਸਭ ਦੀ ਹੋ ਹੈ। ਸਾਡੇ ਸੂਬਿਆਂ 'ਚ ਤਾਂ ਰੌਲਾ ਪੈ ਹੀ ਰਿਹਾ, ਹੇਠਾਂ ਤੋਂ ਹੇਠਾਂ MLA ਤੋਂ ਲੈ ਕੇ ਬਗਾਵਤ ਵਾਲਾ ਮਾਹੌਲ ਹੈ, ਉਹ ਕਹਿੰਦੇ ਕੰਮ ਹੀ ਨਹੀਂ ਹੋ ਰਿਹਾ, ਹੇਠਾਂ ਤੱਕ ਕੁਛ ਨਹੀਂ ਹੋ ਰਿਹਾ, ਕਲੇਸ਼ ਆ ਇਸ ਲੈਵਲ ਦਾ। ਤਾਂ ਇਹੋ ਜਿਹੇ ਮਾਹੌਲ ਦੇ ਵਿੱਚ ਤੁਸੀਂ ਕਿਵੇਂ ਗਰੀਬ ਆਦਮੀ ਦੀ, ਮਜ਼ਦੂਰ ਦੀ ਵੈਲਫੇਅਰ ਹੋਏਗੀ, ਉਹਦੇ ਕਲਿਆਣ ਲਈ ਸੋਚਿਆ ਜਾਏਗਾ। ਜਿੱਥੇ ਅਧਿਕਾਰੀ ਕਹਿੰਦਾ ਤਾਕਤਵਰ ਮੈਂ ਹੋਣਾ ਚਾਹੀਦਾ, ਜਿੱਥੇ ਕੋਈ ਹੋਰ ਕਹਿੰਦਾ ਤਾਕਤਵਰ ਮੈਂ ਹੋਣਾ ਚਾਹੀਦਾ। ਮਨ ਲੋਕ ਤਾਂ ਏਜੰਡੇ ਤੇ ਹੀ ਨਹੀਂ ਹੈ, ਏਜੰਡੇ ਤੇ ਆਪਦੀ ਪਾਵਰ ਹੈ ਸਾਡੀ ਆਪਸ ਦੇ ਵਿੱਚ ਅਸਲ ਦੇ ਵਿੱਚ। ਔਰ ਦੇਸ਼ ਦਾ ਪ੍ਰਸ਼ਾਸਨਿਕ ਢਾਂਚਾ ਵੀ ਤਹਿਸ ਨਹਿਸ ਹੋਣ ਵਾਲਾ ਹੈ। ਔਰ ਮਤਲਬ ਤੁਸੀਂ ਕੰਮ ਨਹੀਂ, ਇਹ ਤਾਂ ਮਿਸ਼ਨਰੀ ਤਰੀਕੇ ਦੇ ਲੋਕ ਚਾਹੀਦੇ ਹੁੰਦੇ ਨੇ ਸੰਕਟ ਦੇ ਸਮੇਂ ਤਾਂ, ਜਿਹੜੇ ਕੋਈ ਮਤਲਬ ਟਾਈਮ ਨਾ ਦੇਖਣ, ਕੁਝ ਨਾ ਦੇਖਣ, ਦਿਨ ਰਾਤ ਲੱਗੇ ਹੋਣ। MS ਰੰਧਾਵਾ ਵਾਂਗ ਜਦੋਂ ਬੰਦੇ 47 'ਚ ਆਏ, ਜਦੋਂ ਮੁੜ ਵਸੇਬਾ ਕਮੇਟੀਆਂ ਬਣੀਆਂ, ਉਦੋਂ ਮੋਟੀਵੇਟ ਕਰਕੇ ਲੋਕ ਬਿਠਾਏ, ਦਿਨ ਰਾਤ ਲੱਗੇ ਰਹਿੰਦੇ ਸੀ, ਕੋਈ ਕਾਗਜ਼ ਨਹੀਂ ਸੀ ਉਹਨਾਂ ਕੋਲ, ਕੋਈ ਰਜਿਸਟ੍ਰੇਸ਼ਨ ਨਹੀਂ ਸੀ, ਕੁਝ ਨਹੀਂ ਸੀ ਨਾ, ਤਾਂ ਵੀ ਲੋਕ ਇੱਕ ਕੰਮ ਹੋਇਆ ਇੱਥੇ। ਉਦੋਂ ਲੋਕਾਂ ਨੇ ਕਿਹਾ ਕਿ ਇੱਕ ਕੰਮ ਹੋਇਆ ਉਸ ਪੱਧਰ ਦੇ ਉੱਤੇ। ਔਰ ਅੱਜ ਕਿੱਥੇ ਨੇ ਕੋਈ ਬਿਊਰੋਕਰੇਟ ਨਜ਼ਰ ਆਉਂਦਾ ਕਿਤੇ ਜਾਂਦਾ? ਉਹ ਕਰੋਨਾ ਤੋਂ ਡਰਦੇ ਨੇ। ਮੰਡੀਆਂ 'ਚ ਕਣਕ ਆਈ ਹੈ, ਇੱਕ ਵੀ ਢੇਰੀ ਕੋਲ ਜਾ ਕੇ, ਉਦੋਂ ਬਾਅਦ ਪਹਿਲੇ ਦਿਨ ਜਿੱਦਣ ਇਹਨਾਂ ਨੇ ਸ਼ੁਰੂ ਕਰਨੀ ਸੀ, ਇੱਕ ਅੱਧਾ ਮੰਤਰੀ ਚਲਾ ਗਿਆ, ਅਫਸਰ ਚਲਾ ਗਿਆ, ਕਿਸੇ ਢੇਰੀ ਕੋਲ ਜਾ ਕੇ ਬੋਲੀ ਨਹੀਂ ਲੱਗੀ। ਹਾਂ, ਤੇ ਨਾ ਜਿਹੜੇ ਲੋਕ ਨੁਮਾਇੰਦੇ ਨੇ ਚੁਣੇ ਹੋਏ MLA MPs ਕੋਈ ਵੀ ਨਹੀਂ ਪਹੁੰਚੇ, ਇੱਕਾ ਦੁੱਕਾ ਨੂੰ ਛੱਡ ਕੇ ਉਹਦੇ 'ਚ ਬੋਲੀ ਨਹੀਂ ਲੱਗੀ। ਬਸ ਪਹਿਲਾਂ ਉਹਨਾਂ ਦੇ ਕਹਿੰਦੇ ਸੀ ਕਿ ਬੋਰੀਆਂ ਭਰਾ ਲਓ, ਹੌਲੀ ਹੌਲੀ ਅਸੀਂ ਦਰਜ ਕਰੀ ਜਾਵਾਂਗੇ। ਬੋਰੀ ਅੱਜ ਭਰੀ ਗਈ ਆ, 5 ਦਿਨ ਬਾਅਦ ਉਹ ਦਰਜ ਹੋ ਰਹੀ ਹੈ ਵੀ ਵਿਕ ਗਈ ਉਸ ਪੱਧਰ ਦੇ ਉੱਤੇ। ਇਸੇ ਕਰਕੇ ਜਿਹੜੀ ਪੇਮੈਂਟ ਹੈ ਜਾਂ ਬਾਕੀ ਚੀਜ਼ਾਂ ਨੂੰ 20 ਦਿਨ ਲੱਗੇ ਨੇ 48 ਘੰਟੇ ਦੀ ਬਜਾਏ ਲੋਕਾਂ ਨੂੰ ਜਿਹੜਾ ਦੇਣ ਦੇ ਵਾਸਤੇ। ਔਰ ਉਹਦੇ ਵਿੱਚ ਵੀ ਇੱਕ ਫਰਾਡ ਹੋਇਆ ਬਹੁਤ ਵੱਡਾ, ਇਹ ਪਾਸ ਸਿਸਟਮ ਫਰਾਡ ਲੰਘ ਗਿਆ ਉਸ ਤਰੀਕੇ ਦਾ, ਬਿਲਕੁਲ ਲੰਘ ਗਿਆ। ਪਰ ਜਿਹੜਾ ਸੈਲਰਾਂ 'ਚ ਡਾਇਰੈਕਟ ਲੋਕਾਂ ਨੂੰ 1% ਕਾਟ ਦੇਣੀ ਪਈ ਹੈ। ਉਹ ਕਿਸਾਨ ਬੋਲ ਨਹੀਂ ਰਿਹਾ ਵੀ ਚਲੋ ਇੱਕ ਵਾਰ ਵਿਕੇ ਜਾ। 1% ਕਾਟ ਦਾ ਮਤਲਬ ਇਹ ਹੈ, ਜੇ 30,000 ਕਰੋੜ ਦੀ ਫਸਲ ਹੈ, ਉਹ 'ਚੋਂ 10,000 ਕਰੋੜ ਵਾਲਿਆਂ ਨੇ ਵੀ ਤੀਜਾ ਹਿੱਸਾ ਵੀ 1% ਕਾਟ ਦੇ ਦਿੱਤੀ ਹੋਵੇਗੀ, ਤਾਂ ਕਿੰਨਾ ਬਣਦਾ ਅੰਦਾਜ਼ਾ ਲਾ ਕੇ ਦੇਖੋ। ਜ਼ੀਰੋ ਉਹਦੇ 'ਚ ਵੀ ਬਹੁਤ ਨੇ, ਜ਼ੀਰੋ ਉਹਦੇ 'ਚ ਵੀ ਬਹੁਤ ਨੇ ਬਸ। ਬਸ ਹਾਂ, ਪਰ ਜ਼ੀਰੋਆਂ ਦੇ ਅੱਗੇ ਉੱਥੇ ਕੋਈ ਅੰਕੜਾ ਲੱਗਿਆ ਹੁੰਦਾ ਜਿਹੜੀ ਉੱਪਰ ਦੀ ਕਮਾਈ ਹੋ ਜਾਂਦੀ ਹੈ ਉੱਪਰਲੇ ਲੋਕਾਂ ਦੀ, ਪਰ ਮਜ਼ਦੂਰਾਂ ਦੇ ਹਿੱਸੇ ਕੱਲੀਆਂ ਜ਼ੀਰੋਆਂ ਰਹਿ ਜਾਂਦੀਆਂ ਨੇ। ਗੱਲ ਫਿਰ ਆਪਾਂ ਮਜ਼ਦੂਰਾਂ ਦੇ ਸਫ਼ਰ ਦੀ ਕਰਦੇ ਹਾਂ, ਜਿਹੜਾ ਉਹੋ ਜਿਹਾ ਸਫ਼ਰ ਜਿੱਥੇ ਉਹਨਾਂ ਨੇ ਵਿਚਾਰਿਆਂ ਨੇ ਕਿਤੇ ਵੀ ਨਹੀਂ ਪਹੁੰਚਣਾ। ਕੱਲੀ ਹਮਦਰਦੀ ਨਹੀਂ, ਸਾਨੂੰ ਠੋਸ ਰੂਪ 'ਚ ਵਾਰ-ਵਾਰ ਇਹ ਬਹਿਸ ਛੇੜਨੀ ਪਏਗੀ। ਤਾਂ ਮੈਂ ਹੁਣ ਪੰਜਾਬ 'ਤੇ ਪਰਤਦੀ ਹਾਂ ਮਜ਼ਦੂਰਾਂ ਦੇ ਜਾਣ ਨਾਲ, ਹਮੀਰ ਸਿੰਘ ਜੀ, ਕਿ ਪੰਜਾਬ ਵਿੱਚ ਹਾੜੀ ਲਗਭਗ ਔਖੀ ਸੌਖੀ ਲੰਘਾਈ ਹੈ ਕਿਸਾਨਾਂ ਨੇ। ਉਹੀ ਪਾਸ ਸਿਸਟਮ, ਤੁਸੀਂ ਵੀ ਹੁਣੇ ਗੱਲ ਕੀਤੀ ਕਿ ਪਾਸ ਸਿਸਟਮ ਨੇ ਉਹਨਾਂ ਨੂੰ ਬਹੁਤ ਨਿਚੋੜਿਆ, ਬਹੁਤ ਤੰਗ ਕੀਤਾ, ਅਤੇ ਪਿੰਡ ਦਾ ਬਹੁਤ ਨੁਕਸਾਨ ਹੋਇਆ। ਪਿੰਡ ਦੇ ਬੇਜ਼ਮੀਨੇ ਲੋਕ ਜਿਹੜੇ ਦਿਹਾੜੀਦਾਰ ਮਜ਼ਦੂਰ ਸੀ, ਜਿਨ੍ਹਾਂ ਨੇ ਖੇਤਾਂ 'ਚ ਕੰਮ ਕਰਕੇ ਆਪਣੀ ਸਾਲ ਦੀ ਫਸਲ ਘਰੇ ਜੋੜਨੀ ਸੀ ਰੋਟੀ ਜੋਗੀ, ਉਹ ਸਾਰਾ ਕੁਛ ਤਾਂ ਇੱਕ ਪਾਸੇ ਅਸੀਂ ਪਹਿਲਾਂ ਵੀ ਉਹ ਵਿਚਾਰ ਚੁੱਕੇ ਹਾਂ। ਪਰ ਹੁਣ ਮਸਲਾ ਇਹ ਹੈ ਕਿ ਅੱਗੇ ਹੁਣ ਝੋਨੇ ਦੀ ਲਵਾਈ ਆਉਣੀ ਹੈ, ਅਤੇ ਸਨਅਤਾਂ ਵਿੱਚੋਂ ਵੀ ਕਾਮੇ ਜਾ ਰਹੇ ਹਨ। ਇਹਦਾ ਤਾਂ ਪੰਜਾਬ ਦੀ ਆਰਥਿਕਤਾ 'ਤੇ ਹੋਰ ਵੀ ਬੁਰਾ ਅਸਰ ਵੀ ਪੈਣਾ ਹੈ। ਅਤੇ ਉਹ ਵਿਚਾਰੇ ਜਿਹੜੇ ਜਾ ਰਹੇ ਨੇ ਪੰਜਾਬ 'ਚੋਂ ਆਪਣੀ ਰੋਟੀ ਰੋਜ਼ੀ ਛੱਡ ਕੇ, ਉਹਨਾਂ ਦਾ ਹਾਲ ਤਾਂ ਮਾੜਾ ਹੋ ਹੀ ਰਿਹਾ, ਆਪਾਂ ਗੱਲ ਕਰ ਹੀ ਰਹੇ ਹਾਂ। ਪਰ ਪੰਜਾਬ ਨੂੰ, ਆਪਣੀ ਆਰਥਿਕਤਾ ਨੂੰ, ਪੰਜਾਬ ਦੀ ਨੂੰ ਇਹਦੇ ਨਾਲ ਬਹੁਤ ਸੱਟ ਵੱਜਣੀ ਹੈ। ਉਹਦੇ ਬਾਰੇ ਉਹਦੇ 'ਚ ਫਰਕ ਪਊਗਾ। ਉਦਯੋਗ ਨੂੰ ਹੁਣ ਜਿਹੜੇ ਜਾ ਰਹੇ ਨੇ ਉਹ ਜ਼ਿਆਦਾਤਰ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਜਾ ਰਹੇ ਨੇ, ਕਿਉਂਕਿ ਜਿਹੜੇ ਖੇਤੀ 'ਚ ਲੇਬਰ ਵਾਲੇ ਬੰਦੇ ਸੀ, ਜਾਂ ਤਾਂ ਕੁਝ ਇੱਥੇ ਬੈਠੇ ਸੀ ਚਲੇ ਗਏ, ਜਾਂ ਕੁਝ ਸੀਜ਼ਨ 'ਚ ਆਉਂਦੇ ਹੁੰਦੇ ਨੇ, ਕਣਕ ਦੇ ਸੀਜ਼ਨ 'ਚ ਵਾਢੀ 'ਚ ਆ ਗਏ, ਫਿਰ ਜੀਰੀ ਲਾ ਕੇ ਝੋਨਾ ਲਾ ਕੇ ਚਲੇ ਗਏ, ਉਹਨੂੰ ਦੋਹਰੀ ਚਲੋ ਇੱਕ ਲੈਵਲ ਦੀ ਆਮਦਨ ਹੋ ਜਾਂਦੀ ਹੈ। ਮੈਨੂੰ ਇਹ ਲੱਗਦਾ ਕਿ ਇਸ ਸਾਰੇ ਲਾਕਡਾਊਨ 'ਚ ਪੰਜਾਬ ਦੀ ਜਿਹੜੀ ਸਥਾਨਕ ਲੇਬਰ ਹੈ ਉਹ ਵੀ ਬੇਕਾਰ ਹੋਈ ਹੈ, ਔਰ ਉਹ ਝੋਨਾ ਲਾਉਣ ਲਈ ਤਾਂ ਤਿਆਰ ਹੋਏਗੀ, ਔਰ ਹੋ ਜਾਏਗੀ, ਕਿਉਂਕਿ ਐਤਕੀ ਆਪਾਂ ਕਣਕ ਦੇ ਮੰਡੀਆਂ 'ਚ ਦੇਖਿਆ ਕਿ ਜਿਹੜੇ ਧੋਬੀ ਸੀ, ਨਾਈ ਸੀ, ਸਿੰਬੇ ਸੀ, ਹੋਰ ਅਲੱਗ-ਅਲੱਗ ਬੰਦੇ ਕੰਮ ਕਰਦੇ ਸੀ, ਉਹਨਾਂ ਦਾ ਕੰਮ ਖੜ ਗਿਆ, ਅਤੇ ਉਹ ਮੰਡੀਆਂ 'ਚ ਕੰਮ ਕਰਦੇ ਦੇਖੇ ਮਜ਼ਦੂਰਾਂ ਦੇ ਨਾਲ, ਬੋਰੀਆਂ ਸਿਉਂਦੇ ਜਾਂ ਕਣਕ ਨੂੰ ਉਡਾਉਂਦੇ ਜਾਂ ਪੱਖਾ ਲਾਉਂਦੇ ਜਾਂ ਸਾਰੀਆਂ ਚੀਜ਼ਾਂ ਦੇਖ ਕੇ, ਕਿਉਂਕਿ ਅਗਲੇ ਨੇ ਰੋਟੀ ਤਾਂ ਚਲਾਉਣੀ, ਜਿਹੜਾ ਜਿਹਾ ਵੀ ਆ ਉਹ ਨਹੀਂ ਚੱਲਿਆ ਤਾਂ ਦੂਜਾ ਸਹੀ। ਇਸੇ ਤਰ੍ਹਾਂ ਹੁਣ ਪੰਜਾਬ ਦੀ ਲੇਬਰ ਆਪਦਾ ਢਿੱਡ ਪਾਲਣ ਦੇ ਲਈ ਕਣਕ ਜੀ ਝੋਨਾ ਤਾਂ ਲਾਊਗੀ, ਔਰ ਹਰ ਪਿੰਡ 'ਚ ਉਨੇ ਕੁ ਬੰਦੇ ਮੌਜੂਦ ਹੁੰਦੇ ਨੇ ਜੇਕਰ, ਕਿਉਂਕਿ ਜੇ ਉਹਨੂੰ ਅਲਟਰਨੇਟਿਵ ਰੁਜ਼ਗਾਰ ਕੋਈ ਨਹੀਂ ਸੀਗਾ ਹੋਇਆ ਪਹਿਲਾਂ ਹੋਰ ਸੀ, ਅਤੇ ਹੁਣ ਨਹੀਂ ਹੋਊਗਾ ਤਾਂ ਉਹ ਲਾਉਣਗੇ। ਪਰ ਉਹਦੇ 'ਚ ਇੱਕ ਸਮੱਸਿਆ ਹੁਣੇ ਇਹ ਆ ਰਹੀ ਹੈ, ਇੱਕ ਤਾਂ
ਦੇਰੀ ਨਹੀਂ ਕਰਨੀ ਚਾਹੀਦੀ ਸੀ, ਜਿਹੜੀ 10 ਜੂਨ ਕਰਤੀ ਹੈ ਤੁਸੀਂ, ਹੈ ਨਾ। ਝੋਨੇ ਦੀ ਲਵਾਈ ਔਰ ਵਾਲਾ ਉਹਦੇ 'ਚ ਡਿਮਾਂਡ ਅਸਲ 'ਚ ਕਿਸਾਨਾਂ ਦੀ ਇਹ ਜਾਇਜ਼ ਸੀ, ਵਾਜਬ ਸੀ ਕਿ 1 ਜੂਨ ਤੋਂ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਏ। ਇੱਕ ਤਾਂ ਲੇਬਰ ਨੂੰ ਵੀ 1.5 ਮਹੀਨਾ ਘੱਟੋ ਘੱਟ ਮਿਲ ਜੂਗਾ, ਮਤਲਬ ਰੋਟੀ ਕਮਾਉਣ ਦਾ, ਰੋਟੀ ਬਿਲਕੁਲ ਕਮਾਉਣ ਦਾ ਰੁਜ਼ਗਾਰ ਸਾਧਨ। ਕਮਾਉਣ ਦਾ। ਦੂਜਾ ਜਿਹੜਾ ਖਾਸ ਤੌਰ 'ਤੇ ਛੋਟਾ ਕਿਸਾਨ ਹੈ, ਜਿਹਦੇ ਕੋਲ ਆਪਦੇ ਸੰਦ ਸਦੇੜਾ ਨਹੀਂ, ਉਸ ਪੱਧਰ 'ਤੇ ਨਹੀਂ, ਉਹਨੂੰ ਲੇਬਰ ਮਿਲ ਜੂਗੀ। ਨਹੀਂ ਤਾਂ ਫਿਰ ਜਦੋਂ ਨੇੜੇ ਜਾ ਕੇ ਸਮੱਸਿਆ ਆਉਂਦੀ ਹੈ ਤਾਂ ਜਿਹੜਾ ਸਮਰੱਥ ਕਿਸਾਨ ਹੈ ਉਹਨੂੰ 2 ਪੈਸੇ ਵੱਧ ਦੇ ਕੇ ਜਾਂ ਕਿਸੇ ਹੋਰ ਕਾਰਨ ਕਰਕੇ ਉਹ ਲੈ ਜਾਂਦਾ। ਔਰ ਜਿਹੜਾ ਛੋਟਾ ਬੰਦਾ, ਜੇ ਉਹਦੀ ਪਛੜ ਗਈ ਝੋਨਾ, ਉਹ ਪਹਿਲਾਂ ਹੀ ਪਛੜਿਆ ਹੋਇਆ, ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀਆਂ ਕਰ ਰਿਹਾ, ਤਾਂ ਉਹ ਵਿਚਾਰਾ ਹੋਰ ਮਾਰਿਆ ਜਾਏਗਾ ਜੀ। ਇਸ ਕਰਕੇ ਜੇ ਪਹਿਲਾਂ ਤੋਂ ਤੁਸੀਂ ਟਾਈਮ ਦਿੰਦੇ ਤੇ ਪਹਿਲਾਂ ਤੋਂ ਬਿਜਲੀ ਦਿੰਦੇ। ਔਰ ਹੁਣ ਇੱਕ ਗੱਲ ਤੁਸੀਂ ਇਹ ਵੀ ਹੈ ਕਿ ਉਹ ਜ਼ੋਰ ਦੇ ਰਹੇ ਨੇ ਕਿ ਆਪਾਂ ਸਿੱਧੀ ਬਿਜਾਈ ਕਰੀਏ। ਵੈਸੇ ਤਾਂ ਇਹ ਵੀ ਸੋਚਣ ਵਾਲਾ ਸਵਾਲ ਹੈ ਕਿ ਤਕਨੀਕ ਕਿੰਨੀ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਕਿੰਨੀ ਮਜ਼ਦੂਰਾਂ ਦੀ ਲੋੜ ਹੈ। ਸਾਨੂੰ ਇਸ ਸਮੇਂ ਰੁਜ਼ਗਾਰ ਦੀ ਜ਼ਿਆਦਾ ਲੋੜ ਹੈ, ਤਕਨੀਕ ਦੀ, ਬਿਲਕੁਲ ਉਸ ਪਾਸੇ ਵੱਲ ਚੱਲਣਾ ਚਾਹੀਦਾ। ਪਰ ਜੇਕਰ ਜਿੰਨੀ ਕਿ ਤੁਸੀਂ ਕਹਿੰਦੇ ਵੀ ਹੋ ਕਿ ਸਿੱਧੀ ਬਿਜਾਈ, ਜਿਹੜਾ ਕਾਨੂੰਨ ਬਣਿਆ ਹੋਇਆ ਇਹਨਾਂ ਦਾ 2009 ਦਾ, 2008 'ਚ ਜਿਹਦਾ ਆਰਡੀਨੈਂਸ ਹੋਇਆ ਸੀ, ਦ ਪੰਜਾਬ ਪ੍ਰਜਰਵੇਸ਼ਨ ਆਫ ਵਾਟਰ ਐਂਡ ਸੋਇਲ, ਹਾਂ, ਵਾਟਰ ਜਿਹੜਾ ਐਕਟ ਹੈ, ਔਰ ਸੋਇਲ ਦਾ ਐਕਟ ਹੈ, ਉਹਦੇ 'ਚ ਇਹ ਸੀਗਾ ਕਿ ਝੋਨੇ ਦੀ ਲਵਾਈ ਤੇ ਪਨੀਰੀ ਦੀ ਬਿਜਾਈ ਇਹ ਕਲੀਅਰ ਕੀਤਾ ਹੋਇਆ ਕਿ ਗਵਰਨਮੈਂਟ ਤੈਅ ਕਰੇਗੀ। ਇਹਨਾਂ ਨੇ ਕਰਤਾ 10 ਮਈ ਤੋਂ ਤੁਸੀਂ ਬੀਜ ਸਕਦੇ ਹੋ ਪਨੀਰੀ, ਤੇ 10 ਮਈ ਜੂਨ ਤੋਂ ਝੋਨਾ ਲਾ ਸਕਦੇ ਹੋ। ਸਿੱਧੀ ਬਿਜਾਈ ਦਾ ਤਾਂ ਕੋਈ ਉਹਦੇ 'ਚ ਪ੍ਰੋਵੀਜ਼ਨ ਹੈ ਨਹੀਂ, ਰੱਖਿਆ ਹੀ ਨਹੀਂ। ਹਾਂ, ਠੀਕ ਹੈ। ਔਰ ਸਿੱਧੀ ਬਿਜਾਈ ਤਾਂ ਇਦੋਂ ਪਹਿਲਾਂ, ਜਦੋਂ 20 ਜੂਨ ਦਾ ਇਹਨਾਂ ਨੇ ਪਹਿਲਾਂ ਕੀਤਾ ਹੋਇਆ ਸੀ, 20 ਜੂਨ ਤੋਂ ਪਹਿਲਾਂ ਨਹੀਂ ਲਾ ਸਕਦੇ, ਉਦੋਂ PAU ਨੇ ਇੱਕ ਸਿਫਾਰਿਸ਼ ਕੀਤੀ ਸੀ, ਐਡ ਵੀ ਆਈ ਹੈ ਅਖਬਾਰਾਂ 'ਚ, ਕਿ ਸਿੱਧੀ ਬਿਜਾਈ 1 ਤੋਂ 15 ਜੂਨ ਕਰ ਲਓ। ਇਹ ਉਹਨੂੰ ਦੇਖ ਕੇ ਸੀ। ਤੇ ਜੇ ਹੁਣ ਉਹ 10 ਜੂਨ ਤੋਂ ਵੀ ਝੋਨਾ ਲਾਉਂਦੇ ਨੇ ਤਾਂ ਸਿੱਧੀ ਬਿਜਾਈ ਲਈ ਹੋਰ 20 ਦਿਨ ਵਾਧੂ ਚਾਹੀਦੇ ਨੇ। ਬਿਲਕੁਲ, ਉਹਨੂੰ ਵੀ ਅੱਗੇ ਕਰਨਾ ਚਾਹੀਦਾ, ਉਹਦੀ ਰਿਕਮੈਂਡੇਸ਼ਨ ਵੀ ਬਦਲਣੀ ਚਾਹੀਦੀ ਹੈ। ਪਰ ਕੇਵਲ ਰਿਕਮੈਂਡੇਸ਼ਨ ਬਦਲਣ ਨਾਲ ਕੰਮ ਨਹੀਂ ਚੱਲਣਾ। ਸਿੱਧੀ ਬਿਜਾਈ ਵਾਲੇ ਨੂੰ ਪਾਣੀ ਦੇਣ ਵਾਸਤੇ ਬਿਜਲੀ ਵੀ ਚਾਹੀਦੀ ਹੈ। ਤੁਸੀਂ ਹੁਣ 4 ਘੰਟੇ ਬਿਜਲੀ ਦੇ ਰਹੇ ਹੋ, 4 ਘੰਟੇ ਨਾਲ ਨਹੀਂ ਰੌਣੀ ਹੋਣੀ, ਮਤਲਬ ਖੇਤਾਂ ਦੀ। ਇੱਕ ਵਾਰ ਪਾਣੀ ਫੇਰਨ ਦੇ ਲਈ, ਇੱਕ ਵਾਰ ਬਿਜਾਈ ਦੀ ਬੱਤ ਲਿਆਉਣ ਦੇ ਲਈ ਕਾਫੀ ਕਾਫੀ ਮਸ਼ੱਕਤ ਤੇ ਟਾਈਮ ਤੇ ਸਾਧਨਾਂ ਦੀ ਲੋੜ ਹੈ। ਕਿਸਾਨ ਇਹ ਕਰੂਗਾ ਵੀ 4 ਘੰਟੇ ਮੋਟਰ ਚਲਾਊਗਾ, 8 ਘੰਟੇ ਡੀਜ਼ਲ ਤੇ ਜਨਰੇਟਰ ਤੇ ਫੂਕੂਗਾ ਤੇਲ, ਤੇ ਉਹਦੇ ਲਈ ਪਹਿਲਾਂ ਹੀ ਤੁਸੀਂ ਸੰਕਟ ਨਵਾਂ ਖੜਾ ਕਰ ਰਹੇ ਹੋ ਤੇ ਉਹਦੀ ਜੇਬ 'ਚ ਪੈਸਾ ਹੈ ਨਹੀਂ, ਤੇ ਤੁਸੀਂ ਕਹਿ ਰਹੇ ਹੋ ਡੀਜ਼ਲ ਫੂਕ। ਹੁਣੇ ਤੋਂ ਕੋਈ ਐਸਾ ਵਸੀਲਾ ਕਰਕੇ ਉਹਨਾਂ ਨੂੰ ਵੀ 8 ਘੰਟੇ ਬਿਜਲੀ ਹੁਣੇ ਤੋਂ ਸਟਾਰਟ ਕਰਨੀ ਪਏਗੀ, ਜਦੋਂ ਤੋਂ ਤੁਸੀਂ ਉਹ ਕਰ ਰਹੇ ਹੋ। ਇਹਦੇ 'ਤੇ ਅਜੇ ਮੈਂ ਤਾਂ ਕੋਈ ਗੱਲ ਵੀ ਹੁੰਦੇ ਨਹੀਂ ਦੇਖੇ, ਕਿਉਂਕਿ ਕੈਬਨਿਟ ਆਪ ਲੜ ਕੇ ਉੱਠ ਪੈਂਦੀ ਹੈ ਤੇ ਬਾਕੀ ਚੀਜ਼ਾਂ ਆਪ ਅਫਸਰ ਤੇ ਮੰਤਰੀ ਲੜ ਰਹੇ ਨੇ। ਇਸ ਗੱਲ 'ਤੇ ਤਾਂ ਕਦੇ ਚਰਚਾ ਵੀ ਨਹੀਂ ਸੁਣੀ ਕਿ ਸਿੱਧੀ ਬਿਜਾਈ ਦਾ ਆਪਾਂ ਫਿਰ ਉਹ ਕਰਨਾ ਕੀ ਹੈ, ਉਹਦੇ ਲਈ ਬਿਜਲੀ ਕਿੰਨੀ ਦੇਣੀ ਹੈ ਕਿ ਕੀ ਕਰਨਾ। ਇਸ ਲਈ ਇੱਕ ਜ਼ਮੀਨੀ ਪੱਧਰ 'ਤੇ, ਗਰਾਊਂਡ ਪੱਧਰ 'ਤੇ ਦੇਖਦੇ ਹੋਏ ਚੀਜ਼ਾਂ ਨੂੰ ਫੈਸਲੇ ਲੈਣ ਦੀ ਲੋੜ ਹੈ, ਔਰ ਕੁਇੱਕ ਫੈਸਲੇ ਲੈਣ ਦੀ ਲੋੜ ਹੈ। ਇਹ ਫੈਸਲੇ ਨਹੀਂ ਜਿਵੇਂ 9 ਤਰੀਕ ਨੂੰ ਰਾਤ ਨੂੰ ਤੁਸੀਂ ਫੈਸਲਾ ਸੁਣਾਉਂਦੇ ਹੋ ਪ੍ਰੈਸ ਨੋਟ ਕੱਢ ਕੇ ਕਿ 10 ਮਈ ਤੋਂ ਤੁਸੀਂ ਪਨੀਰੀ ਬੀਜ ਸਕਦੇ ਹੋ। ਕੋਈ ਵੀ ਕਾਮਨ ਬੰਦਾ ਜਿਹੜਾ ਕਿਸਾਨੀ ਦੇ ਮਾੜਾ ਮੋਟਾ ਵੀ ਖੇਤ ਜਾਣ ਵਾਲਾ ਹੈ, ਉਹਨੂੰ ਇਹ ਪਤਾ ਹੈ ਕਿ ਪਨੀਰੀ ਲਈ ਤਿਆਰ ਕਰਨ ਲਈ 3 ਦਿਨ ਲੱਗਦੇ ਨੇ। ਪਹਿਲਾਂ ਤੁਸੀਂ ਖੇਤ ਤਿਆਰ ਕਰਨਾ 1 ਦਿਨ, ਫਿਰ ਤੁਸੀਂ ਉਹ ਪਨੀਰੀ ਭਿਉਂ ਕੇ ਰੱਖਣੀ ਹੈ ਪਹਿਲੇ ਦਿਨ ਘੱਟੋ ਘੱਟ, ਜਿਹੜੀ ਅਗਲੇ ਦਿਨ ਤੱਕ ਤੁਸੀਂ ਬੀਜਣੀ ਹੈ ਉਸ ਪੱਧਰ ਦੇ ਉੱਤੇ। ਫਿਰ ਤੀਜੇ ਦਿਨ ਤੁਸੀਂ ਜਾ ਕੇ ਪਾਣੀ ਵੱਤ ਕਰਕੇ ਉਹਨੂੰ ਬੀਜੋਗੇ, 3 ਦਿਨ ਲੱਗਦੇ ਨੇ। ਇਹਦਾ ਮਤਲਬ ਪ੍ਰੈਕਟੀਕਲੀ ਤੁਸੀਂ 10 ਮਈ ਨਹੀਂ ਕਿਹਾ, ਤੁਸੀਂ 13 ਮਈ ਕਹਿਤਾ। ਇਹਦਾ ਮਤਲਬ ਪ੍ਰੈਕਟੀਕਲੀ ਤੁਸੀਂ 10 ਜੂਨ ਨਹੀਂ ਕਿਹਾ, ਤੁਸੀਂ 13 ਜੂਨ ਤੇ ਲੈ ਗਏ ਹੋ, ਜਿਹੜੀ ਪਿਛਲੇ ਸਾਲ ਨਹੀਂ। 2 ਦਿਨ ਤਾਂ ਅਸੀਂ ਫਰਾਡ ਉਸ ਲੈਵਲ ਤੇ ਕਰ ਰਹੇ ਹੋ। ਔਰ ਜੇ ਪਿਛਲੇ ਸਾਲ ਜਦੋਂ 13 ਜੂਨ ਕੀਤਾ ਹੈ ਚੀਫ ਮਿਨਿਸਟਰ ਨੇ, ਕਿਉਂਕਿ ਪਾਰਲੀਮੈਂਟ ਦੀ ਇਲੈਕਸ਼ਨ ਸੀ, ਉਸ ਸਮੇਂ ਵੀ 6 ਮਈ ਨੂੰ ਤੁਸੀਂ ਅਨਾਉਂਸ ਕਰ ਦਿੰਦੇ ਹੋ ਕਿ ਨਹੀਂ 20 ਨਹੀਂ 13 ਤੋਂ ਲਾ ਸਕਦੇ ਨੇ ਕਿਸਾਨ। ਐਤਕੀ ਤੁਸੀਂ 9 ਜੂਨ ਲੈਂਦੇ ਹੋ ਤੇ ਜਦੋਂ ਕੁਛ ਨਹੀਂ ਹੈ। ਇਹਦਾ ਮਤਲਬ ਇਲੈਕਸ਼ਨ ਤੋਂ ਪ੍ਰਭਾਵਿਤ ਹੁੰਦਾ ਪਾਲੀਟੀਸ਼ੀਅਨ, ਲੋਕਾਂ ਦੇ ਸਰੋਕਾਰਾਂ ਤੋਂ ਕੋਈ ਨਹੀਂ, ਲੋਕਾਂ ਦੇ ਨਾਲ ਹਿੱਤ ਨਹੀਂ ਹੈ ਉਹਦੇ। ਉਦੋਂ ਪਹਿਲੇ ਸਾਲ 24 ਅਪ੍ਰੈਲ ਨੂੰ ਨੋਟੀਫਿਕੇਸ਼ਨ ਹੋ ਗਿਆ ਸੀ, ਤੁਹਾਨੂੰ ਅਪ੍ਰੈਲ 'ਚ ਕਰਨਾ ਚਾਹੀਦਾ, ਤੁਹਾਨੂੰ ਮਾਰਚ 'ਚ ਕਰਨਾ ਚਾਹੀਦਾ। ਮਤਲਬ ਇਹ ਤਾਂ ਨੋਟੀਫਿਕੇਸ਼ਨ ਜੇ ਕੋਈ ਬਹੁਤ ਹਾਲਾਤ ਖਰਾਬ ਹੋ ਗਏ ਤਾਂ ਤੁਸੀਂ ਬਦਲਣਾ ਹੋਵੇ, ਬਦਲਣ ਦੀ ਗਵਰਨਮੈਂਟ ਦੇ ਕੋਲ ਕਪੈਸਿਟੀ ਹੈ। ਪਰ ਉਦੋਂ ਪਹਿਲਾਂ ਤਾਂ ਕਹੋ ਤਾਂ ਕਿ ਲੋਕ ਜਦੋਂ ਚਾਹਣ ਲਾ ਲੈਣ, ਜਦੋਂ ਚਾਹਣ ਨਾ ਲੈ ਲੈਣ, ਆਪਣੀ ਤਿਆਰੀ ਰੱਖਣ, ਆਪਣਾ ਮਾਈਂਡ ਉਸ ਲੈਵਲ ਦੇ ਉੱਤੇ ਤਿਆਰ ਕਰਨ ਕਿਸੇ ਰੂਪ ਦੇ ਵਿੱਚ। ਤੇ ਬਸ ਉਸ ਤਰੀਕੇ ਦੇ ਨਾਲ ਜਿਵੇਂ ਨਾ ਕੈਜੂਅਲ ਵੇ ਹੁੰਦਾ ਸੋਚਣ ਦਾ, ਇੱਕ ਵੀ ਚਲੋ ਇਹ ਵੀ ਕਰਨਾ ਹੀ ਹੈ। ਕਿਸੇ ਨੇ ਪਿਛਲੀ ਕੈਬਨਿਟ ਮੀਟਿੰਗ 'ਚ ਕਿਹਾ ਸੀ, ਕਹਿੰਦੇ ਚੱਲ ਅਜੇ ਦਿਨ ਪਏ ਨੇ, ਅਗਲੀ 'ਚ ਸੋਚ ਲਾਂਗੇ। ਜਦ ਕਿ ਇਹ ਕਿਹਾ ਜਾ ਰਿਹਾ ਹੈ, ਪੰਡਿਤ ਜਵਾਹਰ ਲਾਲ ਨਹਿਰੂ ਦਾ ਇੱਕ ਫੇਮਸ ਕੋਟ ਹੈ, ਉਹ ਕਹਿੰਦਾ ਖੇਤੀ ਕੱਲ੍ਹ ਦੀ ਉਡੀਕ ਨਹੀਂ ਕਰ ਸਕਦੀ, ਦੁਨੀਆ ਦੀ ਹਰ ਚੀਜ਼ ਉਡੀਕ ਕਰ ਸਕਦੀ। ਤੇ ਖੇਤੀ 'ਚ ਜਿਹੜਾ ਅੱਜ ਦਾ ਦਿਨ ਚਲਾ ਗਿਆ, ਉਹਨੇ ਜੋ ਲਾਸ ਕਰਨਾ, ਜੋ ਮੁਨਾਫਾ ਦੇਣਾ, ਉਹ ਅੱਜ ਦਾ ਸੀ।
ਕੱਲ੍ਹ ਨੂੰ ਕੀ ਹੋਣਾ ਉਹ ਨਵਾਂ ਹੋਏਗਾ, ਪਰਸੋਂ ਕੀ ਹੋਣਾ ਉਹ ਨਵਾਂ ਹੋਏਗਾ। ਇਸ ਕਰਕੇ ਇਸ ਗੱਲ ਨੂੰ ਵੀ ਧਿਆਨ 'ਚ ਨਹੀਂ ਰੱਖਦੇ ਸਾਡੇ ਪੋਲੀਟੀਸ਼ੀਅਨ। ਇਹ ਤਾਂ ਨਹਿਰੂ ਦੇ ਚੇਲੇ ਹੀ ਨੇ ਸਾਰੇ ਕਾਂਗਰਸੀ ਤਾਂ ਘੱਟੋ ਘੱਟ। ਤੇ ਜੇ ਉਹਨਾਂ ਕੇ ਤਾਂ ਸੋਚ ਲਓ, ਜੇ ਉਦੋਂ ਵੱਡਾ ਨਹੀਂ ਘੱਟੋ ਘੱਟ, ਜੇ ਆਲਾ ਦੁਆਲਾ ਕੁਛ ਨਹੀਂ ਸੋਚਣਾ, ਤੇ ਅਸੀਂ ਉਹ ਵੀ ਨਹੀਂ ਸੋਚ ਸਕਦੇ। ਤੇ ਅਸੀਂ ਮਨਰੇਗਾ ਨੂੰ ਵੀ ਖੇਤੀ ਦੇ ਨਾਲ ਜੋੜ ਕੇ ਨਹੀਂ ਸੋਚ ਰਹੇ। 5 ਏਕੜ ਵਾਲਾ ਤੱਕ ਕਿਸਾਨ ਮਨਰੇਗਾ 'ਚ ਦਿਹਾੜੀ ਲੈਣ ਦਾ ਹੱਕਦਾਰ ਹੈ, ਘੱਟੋ ਘੱਟ ਬਾਗਬਾਨੀ 'ਚ, ਪਾਣੀ ਬਚਾਉਣ 'ਚ, ਬਾਕੀ ਚੀਜ਼ਾਂ 'ਚ। ਉਹ ਤਾਂ ਇੱਕ ਪਾਸੇ ਲਾਗੂ ਕਰ ਲਓ। ਪੰਜਾਬ 'ਚ ਕਿੱਥੇ ਹੈ? ਪੰਜਾਬ 'ਚ ਕੋਈ ਗੱਲ ਨਹੀਂ ਹੋ ਰਹੀ, ਉਹਦੀ ਬਿਆਨ ਵੀ ਨਹੀਂ ਹੋ ਰਿਹਾ। ਗੱਲ ਤਾਂ ਚਲੋ ਜਦੋਂ ਪ੍ਰੈਕਟੀਕਲ ਅਮਲ ਹੋਏਗਾ ਉਹ ਤਾਂ ਬਾਅਦ। ਪੰਚਾਇਤ ਮਿਨਿਸਟਰ ਕੱਲ੍ਹ ਬਿਆਨ ਦਿੰਦਾ ਕਿ 10 ਜੂਨ ਤੱਕ ਸਾਰੇ ਟੋਭੇ ਸਾਫ਼ ਕਰ ਦਿਓ। ਸਾਫ਼ ਮਿਲਣੇ ਚਾਹੀਦੇ ਨੇ। ਤੁਸੀਂ ਮਹਾਰਾਜੇ ਹੋ ਜਾਂ ਲੋਕਾਂ ਦੇ ਨੁਮਾਇੰਦੇ? ਟੋਭੇ ਸਾਫ਼ ਕਰਨਾ, ਸਾਰੀਆਂ ਚੀਜ਼ਾਂ ਕਰਨਾ ਲੋਕਾਂ ਨੂੰ ਪਤਾ ਹੈ, ਲੋਕਾਂ ਨੂੰ ਵੀ ਸੁਵਿਧਾ ਚਾਹੀਦੀ ਹੈ, ਪਰ ਉਹਦਾ ਪੈਸਾ, ਉਹਦੇ ਹਿੱਸੇ ਦਾ ਉਹ ਕਿੱਥੇ ਹੈ? ਉਹ ਕਿਉਂ ਉਹਦੇ ਖਾਤੇ 'ਚ ਨਹੀਂ ਜਾਂਦਾ ਇਹ ਤੋਂ ਪਹਿਲਾਂ? ਬਾਕੀ ਦੀਆਂ ਚੀਜ਼ਾਂ ਕਿਉਂ ਉਹ ਨਹੀਂ ਕਰਦੀਆਂ? ਉਹ ਤਾਂ ਪਿੱਟਦੇ ਨੇ ਬਲਕਿ ਵੀ ਸਾਡਾ ਆਹ ਕੰਮ ਕਰੋ, ਆਹ ਕੰਮ ਕਰੋ। ਤੁਸੀਂ ਬਿਆਨ ਦਿੰਦੇ ਹੋ, ਨਾ ਟੋਭਾ ਸਾਫ਼ ਹੋਣਾ ਨਾ ਕੁਛ ਹੋਰ ਹੋਣਾ। ਉਸ ਤੋਂ ਬਾਅਦ ਫਿਰ ਇੰਨੇ ਜੂਨ 'ਚ ਲੋਕ ਤਾਂ ਦਿਹਾੜੀ 'ਚ ਇਹਦੇ 'ਚ ਪੈਡੀ ਦੀ ਲਵਾਈ 'ਚ ਰੁੱਝ ਜਾਣਗੇ। ਅਤੇ ਫੋਕੀ ਬਿਆਨਬਾਜ਼ੀ ਨਾਲ ਕੰਮ ਨਹੀਂ ਚੱਲਣਗੇ। ਗਰਾਊਂਡ 'ਤੇ ਉਹਨਾਂ ਨੂੰ ਹੈਲਪ ਕਰੋ, ਪੈਸੇ ਦੇ ਤੌਰ 'ਤੇ ਮਦਦ ਕਰੋ, ਮਜ਼ਦੂਰ ਦੀ ਵੀ, ਕਿਸਾਨ ਦੀ ਵੀ। ਜਿਹੜੇ ਥੋੜ੍ਹੇ ਬਹੁਤ ਝਗੜੇ ਪੈਦਾ ਹੋਣ ਲੱਗੇ ਨੇ ਪੰਜਾਬ ਦੇ ਵਿੱਚ, ਕੁਛ ਐਸੀਆਂ ਚੀਜ਼ਾਂ ਵੀ ਹੋ ਗਈਆਂ ਜਿਹੜਾ ਬਿਨਾਂ ਸ਼ੱਕ, ਕਿਉਂਕਿ ਮਜ਼ਦੂਰੀ, ਜੇ ਮਜ਼ਦੂਰ ਘੱਟ ਹੋਏਗਾ, ਡਿਮਾਂਡ ਐਂਡ ਸਪਲਾਈ ਦਾ ਸਿੱਧਾ ਜਿਹਾ ਇੱਕ ਫਾਰਮੂਲਾ ਬਿਲਕੁਲ ਸੰਬੰਧ ਹੈ ਕਿ ਸੰਬੰਧ ਹੈ ਕਿ ਥੋੜ੍ਹਾ ਬਹੁਤ ਰੇਟ ਉੱਚਾ ਹੋ ਜਾਂਦਾ ਹੈ ਉਸ ਸਾਰੇ ਮਾਮਲੇ ਦੇ ਨਾਲ। ਤਾਂ ਉਸ ਮਾਮਲੇ ਦੇ ਵਿੱਚ ਇਹ ਹੈ ਕਿ ਜੀ ਕੋਈ ਪਿਛਲੇ ਸਾਲ 2700 ਤੋਂ ਲੈ ਕੇ 3000 ਰੁਪਏ ਝੋਨੇ ਦਾ ਰੇਟ ਸੀ ਲਵਾਈ ਦਾ, ਅਤੇ ਹੁਣ ਇਹ ਗੱਲ ਵੀ ਆ ਰਹੀ ਹੈ ਕਿ 7000 ਰੁਪਏ ਵੀ ਮਜ਼ਦੂਰਾਂ ਦੀ ਸਾਈਡ ਮੰਗ ਰਹੀ ਹੈ। ਤੇ ਦੂਜਿਆਂ ਨੇ ਮਤੇ ਪੰਚਾਇਤਾਂ ਦੇ ਪਾਉਣੇ ਸ਼ੁਰੂ ਕਰਤੇ ਨੇ। 7000 ਫਿਰ ਸਿੱਧਾ ਡਬਲ ਦੇ ਨੇੜੇ ਜਾ ਪਹੁੰਚਿਆ। ਤੇ ਉਦੋਂ ਪਹਿਲਾਂ ਕਿਸਾਨ ਔਖਾ। ਪਰ ਕਿਸਾਨਾਂ ਦਾ ਮੈਨੂੰ ਇੱਕ ਗੱਲ ਚੰਗੀ ਲੱਗੀ ਕਿ ਕਾਫੀ ਕਿਸਾਨ ਯੂਨੀਅਨ ਇਸ ਗੱਲ 'ਤੇ ਫੀਲਡ ਦੇ ਵਿੱਚ ਟਰਾਈ ਕਰ ਰਹੀਆਂ ਨੇ ਕਿ ਟਕਰਾਅ ਨਾ ਪੈਦਾ ਹੋਵੇ, ਆਪਸਦਾਰੀ 'ਚ ਬੈਠ ਕੇ ਹੱਲ ਕਰ ਲਿਆ ਜਾਏ। ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਇੱਕ ਚੰਗਾ ਕੰਮ ਹੈ ਉਸ ਪਾਸੇ। ਔਰ ਮੈਨੂੰ ਕਿਸੇ ਲੀਡਰ ਨੇ ਇਹ ਵੀ ਕਿਹਾ ਜਿਹੜੀ ਕਿ ਚੰਗੀ ਗੱਲ ਹੈ, ਉਹ ਕਹਿੰਦਾ ਸਰਕਾਰ ਜਾਂ ਬਾਕੀ ਦੇ ਕੁਝ ਖਾਸ ਅਨਸਰ ਨੇ ਜਿਹੜੇ ਟਕਰਾਅ ਪੈਦਾ ਕਰਨਾ ਚਾਹੁੰਦੇ ਨੇ। ਨਹੀਂ ਤਾਂ ਤੁਸੀਂ ਕਹਿੰਦਾ ਕਣਕ ਵੱਢੀ ਹੈ, ਕਣਕ ਵੀ ਮਜ਼ਦੂਰਾਂ ਦਾ ਰੋਲ ਵੀ ਉਹਦੇ ਵਿੱਚ ਸਾਰਾ। ਕਿੱਥੇ ਰੌਲਾ ਪਿਆ? ਅਗਲੇ ਨੇ ਦਿਹਾੜੀ ਵੀ ਦਿੱਤੀ ਹੈ ਅਤੇ ਉਹਨੇ ਦਿਹਾੜੀ ਲਈ, ਰੌਲਾ ਨਹੀਂ ਪਿਆ ਨਾ। ਉਹਨਾਂ ਦਾ ਆਪਸ 'ਚ ਓਡਾ ਵੱਡਾ ਰੌਲਾ ਨਹੀਂ ਪੈਂਦਾ ਜਿੱਡਾ ਕਈ ਵਾਰ ਕੁਝ ਲੋਕ ਉਹ ਤੋਂ ਫਾਇਦਾ ਉਠਾ ਕੇ ਰੌਲਾ ਪਵਾਉਣ ਤੋਂ ਆਪਦੀ ਸਿਆਸਤ ਕਰਨਾ ਚਾਹੁੰਦੇ ਨੇ। ਇਸ ਲਈ ਇਹ ਮੁੱਦਾ ਮਜ਼ਦੂਰਾਂ ਕਿਸਾਨਾਂ ਨੂੰ ਰਲ ਕੇ ਹੀ ਮਿਟਣਾ ਚਾਹੀਦਾ, ਪੂਰੇ ਪਿੰਡ ਦੇ ਭਾਈਚਾਰੇ ਨੂੰ ਬੈਠ ਕੇ। ਜੇ ਟਕਰਾਅ ਨਹੀਂ ਪੈਦਾ ਕਰਨਾ, ਉਹਨੂੰ ਵੀ ਵਾਜਬ ਦਿਹਾੜੀ ਮਿਲੇ ਅਤੇ ਉਹਨੂੰ ਵੀ। ਪਰ ਇੱਕ ਡਿਮਾਂਡ ਤਾਂ ਮੈਨੂੰ ਲੱਗਦਾ ਕਿ ਉੱਠਣੀ ਉਹ ਚਾਹੀਦੀ ਹੈ ਸਾਂਝੇ ਤੌਰ 'ਤੇ, ਕਿ ਜੇ ਝੋਨੇ ਦੀ ਲਵਾਈ ਦੇ ਵਿੱਚ ਵੀ ਗੌਰਮੈਂਟ ਆਫ ਇੰਡੀਆ 'ਤੇ ਦਬਾਅ ਪਾਉਣ, ਮਨਰੇਗਾ ਵੱਲੋਂ ਵੀ 263 ਰੁਪਈਏ ਦਿਹਾੜੀ ਮਿਲ ਜੇ ਇੱਕ ਮਜ਼ਦੂਰਾਂ ਦੇ ਪਰਿਵਾਰ ਨੂੰ, ਇੱਕ ਪਰਿਵਾਰ ਨੂੰ 263, ਅਤੇ ਪਿਛਲੇ ਸਾਲ ਜਿੰਨਾ ਹੀ ਜੇ ਕਿਸਾਨ ਦੇ ਦੇ, ਮਜ਼ਦੂਰਾਂ ਨੂੰ ਵੀ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਮਿਲ ਜਾਣਗੇ ਅਤੇ ਕਿਸਾਨ ਨੂੰ ਵੀ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਦੇ ਕੇ ਔਖਾ ਨਹੀਂ ਹੋਣਾ ਪਏਗਾ। ਔਰ ਇੰਨੀ ਕੁ ਮਦਦ ਤਾਂ ਗੌਰਮੈਂਟ ਨੂੰ, ਜੇ 20 ਲੱਖ ਦੇ ਪੈਕੇਜ ਦੇ ਵਿੱਚ, 20 ਲੱਖ ਕਰੋੜ ਦੇ 'ਚ ਇੰਨਾ ਕੁ ਵੀ ਪੈਕੇਜ ਵਿੱਚ ਹੋਵੇ ਵੀ ਚਲੋ ਮਜ਼ਦੂਰ ਨੂੰ ਝੋਨੇ ਲਵਾਈ ਦੇ ਇੰਨੇ ਪੈਸੇ ਦੇਵਾਂਗੇ ਅਸੀਂ ਆਪਣੇ ਵੱਲੋਂ, ਇੰਨੇ ਫਾਰਮਰ ਵੱਲੋਂ। ਇਹ ਇਕੱਲੀ ਫਾਰਮਰ ਦੀ ਬਚਤ ਨਹੀਂ ਹੈ, ਇਹ ਇਕੱਲੀ ਮਜ਼ਦੂਰ ਦੀ ਬਚਤ ਨਹੀਂ ਹੈ। ਜਿੰਨੇ ਇੰਡਸਟਰੀਅਲਿਸਟਾਂ ਤੋਂ ਪੁੱਛੋ, ਜੇ ਇੰਡਸਟਰੀ ਰਿਵਾਈਵ ਕਰਨੀ ਹੈ, ਉਹ ਇਹ ਕਹਿੰਦਾ ਕਿ ਮੰਗ ਨਹੀਂ ਆ ਰਹੀ। ਮੰਗ ਕਿਉਂ ਨਹੀਂ ਆ ਰਹੀ? ਮੰਗ ਇਸ ਕਰਕੇ ਨਹੀਂ ਆ ਰਹੀ ਕਿਉਂਕਿ ਹੇਠਲੇ ਗਰੀਬ ਤਬਕੇ ਦੀ ਜੇਬ 'ਚ ਪੈਸਾ ਹੈ ਨਹੀਂ। 1 ਮਹੀਨਾ ਪਹਿਲੀ ਵਾਰ ਗੁਜ਼ਰਿਆ ਇਹ ਸਾਡੇ ਇਤਿਹਾਸ ਦੇ ਵਿੱਚ, ਦੇਸ਼ ਦੇ ਵਿੱਚ, ਕਿ 1 ਸਾਲ 'ਚ ਨਾ ਇੱਕ ਵੀ ਮੋਟਰਸਾਈਕਲ ਵਿਕੇ, 1 ਮਹੀਨੇ 'ਚ ਨਾ ਇੱਕ ਵੀ ਕਾਰ ਵਿਕੀ ਇਹਨਾਂ ਨੇ। ਕਿਉਂ? ਕਿਉਂਕਿ ਉਹਨਾਂ ਦੇ ਖਾਤਿਆਂ 'ਚ ਤੁਸੀਂ ਪਾ ਦਿਓ 50-50 ਹਜ਼ਾਰ ਰੁਪਈਆ, ਮੋਟਰਸਾਈਕਲ ਦਾ ਫੱਟ ਲੈ ਆਉਣਗੇ ਨਾ, ਤੁਹਾਡੀ ਇੰਡਸਟਰੀ ਤਾਂ ਚੱਲੂਗੀ। ਜਿਹੜੀ ਆਟੋਮੋਬਾਈਲ ਦੀ ਜਾਂ ਬਾਕੀ ਦੀਆਂ ਚੀਜ਼ਾਂ ਜਿਹੜੀਆਂ ਕਰਨੀਆਂ ਨੇ। ਇਸ ਕਰਕੇ ਦੇਸ਼ ਦੀ ਇਕੋਨਮੀ ਨੂੰ, ਇਹਦੇ ਨਾਲ ਕਈ ਜਿਹੜੇ ਮਾਹਰ ਇਕੋਨਮਿਸਟ ਨੇ ਉਹ ਕਹਿੰਦੇ ਨੇ ਗੱਲ ਠੀਕ ਹੈ, ਇਹ ਕਹਿੰਦੇ ਨਾ ਮਹਿੰਗਾਈ ਵੱਧ ਜਾਏਗੀ, ਉਹਨੂੰ ਇਨਫਲੇਸ਼ਨ ਕਹਿੰਦੇ ਨੇ। ਮਹਿੰਗਾਈ ਨਹੀਂ, ਉਹ ਡੀਫਲੇਸ਼ਨ ਹੋ ਜਾਂਦੀ ਹੈ। ਡੀਫਲੇਸ਼ਨ ਦਾ ਮਤਲਬ ਹੈ ਨਾ ਮਹਿੰਗਾਈ ਵੱਧਦੀ ਆ, ਮਾਲ ਸਰਪਲਸ ਪਿਆ ਹੁੰਦਾ, ਲੋਕਾਂ ਦੀ ਜੇਬ 'ਚ ਪੈਸੇ ਨਹੀਂ ਹੁੰਦੇ, ਖਰੀਦਿਆ ਉਹ ਜਾਂਦਾ ਨਹੀਂ, ਮੁੜ ਕੇ ਫੈਕਟਰੀਆਂ ਬੰਦ ਰੱਖਣੀਆਂ ਪੈਂਦੀਆਂ ਨੇ। ਜੇ ਤੁਸੀਂ ਫੈਕਟਰੀਆਂ ਇਸ ਤਰੀਕੇ ਨਾਲ ਚਲਾ ਵੀ ਦਿਓਗੇ, ਮਜ਼ਦੂਰਾਂ ਦੀ ਜੇਬ 'ਚ ਪੈਸਾ ਨਹੀਂ ਪਾਓਗੇ, ਕਿਸਾਨ ਦੀ ਜੇਬ 'ਚ ਪੈਸਾ ਨਹੀਂ ਪਾਓਗੇ, ਫਿਰ ਵੀ ਫੈਕਟਰੀਆਂ 10, 20, 50 ਦਿਨ ਤੋਂ ਜ਼ਿਆਦਾ ਨਹੀਂ ਚੱਲਣਗੀਆਂ। ਵਾਧੂ ਮਾਲ ਕਿੱਥੇ ਵੇਚਣਗੇ? ਕਿੱਥੇ ਸਟਾਕ ਕਰਕੇ ਰੱਖਣਗੇ? ਕਿੱਥੇ ਵਿਕੂਗਾ? ਵਿਕੂਗਾ ਤਾਂ ਇਹ ਕੇਨਜੀਅਨ ਫਿਲਾਸਫੀ ਤਾਂ ਬੜੇ ਦੇਰ ਦੀ 1929-30 ਦੇ ਮਦਵਾੜੇ ਦੀ, ਉਹਨੇ ਕਿਹਾ ਕਿ ਮਜ਼ਦੂਰਾਂ ਤੋਂ ਚਾਹੇ ਟੋਏ ਪਟਾਓ, ਟੋਆ ਪਟਾ ਲਿਆ ਕਰੋ, ਬੰਦ ਕਰਾ ਲਿਆ ਕਰੋ, ਪਰ ਉਹਦੀ ਜੇਬ 'ਚ ਪੈਸੇ ਹੋਣੇ ਜ਼ਰੂਰੀ। ਅੱਜ ਇੰਨੇ ਸਾਲਾਂ ਬਾਅਦ ਵੀ ਅਸੀਂ ਘੱਟੋ ਘੱਟ ਉਹਨਾਂ ਵੀ ਨਹੀਂ ਸੋਚਦੇ, ਉਹ ਤਾਂ ਛੱਡੋ ਤੋਂ ਬਾਅਦ ਦੀ ਗੱਲ ਹੈ। ਇਸ ਕਰਕੇ ਪੈਕੇਜ ਜੇ ਤਾਂ ਜਾਂਦਾ ਗਰੀਬ ਦੇ ਘਰ ਥੋੜ੍ਹਾ ਬਹੁਤ, ਇਹਦੇ 'ਚੋਂ ਅੱਧਾ ਚਾਹੇ ਤੁਸੀਂ ਬਾਕੀ ਕਿਤੇ ਦੇ ਲਓ, ਜੇ ਤਾਂ ਉਹਨਾਂ ਦੀਆਂ ਜੇਬਾਂ 'ਚ ਜਾਂਦਾ ਤਾਂ ਅਰਥ ਵਿਵਸਥਾ ਵੀ ਠੀਕ ਹੋਏਗੀ, ਤਾਂ ਦੇਸ਼ ਦੇ ਨਾਗਰਿਕਾਂ ਲਈ ਵੀ ਥੋੜ੍ਹਾ ਬਹੁਤ ਸੰਕਟ 'ਚੋਂ ਉੱਭਰਨ ਦਾ ਮੌਕਾ ਹੋਏਗਾ। ਜੇ ਉੱਧਰ ਨਹੀਂ ਜਾਂਦਾ
ਤਾਂ ਸਾਰਾ ਜ਼ੁਬਾਨੀ ਜਮ੍ਹਾਂ ਖਰਚਾ। ਉਹੀ ਤਰੀਕਾ ਜਿਹੜਾ ਜੌਬ ਲਾਸ ਦਾ, ਜਿਹੜਾ ਜੌਬ ਖੋਹਦਾ ਲੋਕਾਂ ਦੀ, ਫਿਰ ਇਹ ਨੌਕਰੀਆਂ ਖੋਹਣ ਦਾ ਰਿਵਾਜ ਹੈ। ਜੌਬ ਜਦੋਂ ਲਾਸ ਹੋ ਜਾਏਗੀ, ਇੱਥੇ 10 ਕਰੋੜ ਮਜ਼ਦੂਰ ਦੀ ਜੌਬ ਲਾਸ ਹੋ ਗਈ ਤਾਂ 10 ਕਰੋੜ ਮੰਡੀ ਦਾ ਬੰਦਾ ਤੁਸੀਂ ਗਵਾ ਲਿਆ, ਜਿਹਨੇ ਜਾ ਕੇ ਥੋੜ੍ਹਾ ਬਹੁਤ ਮੰਡੀ 'ਚੋਂ ਕੋਈ ਚੀਜ਼ਾਂ ਕਰਨੀਆਂ ਸੀ। ਔਰ ਉਹਦੇ 'ਚੋਂ ਫਿਰ ਖੁਰਾਕ ਦੇ ਦੰਗੇ ਹੁੰਦੇ ਨੇ। ਇਦੋਂ ਪਹਿਲਾਂ 2007-8 ਦੇ ਵੀ ਜਿਹੜਾ ਮਾਮਲਾ ਸੀ, 33-34 ਦੇਸ਼ਾਂ ਦੇ ਵਿੱਚ ਖੁਰਾਕੀ ਦੰਗੇ ਹੋਏ, ਕਿਉਂਕਿ ਜਦ ਤੁਹਾਨੂੰ ਅਨਾਰਕੀ ਆਏਗੀ ਤਾਂ ਆ ਜਾਂਦੀ ਹੈ ਕਿ ਜੇ ਰੋਟੀ ਦੀ ਲੋੜ ਬੇਸਿਕ ਮੈਂ ਕੀ ਲੈਣਾ, ਮੈਂ ਕਰੋਨਾ ਨਾਲ ਮਰਾਂ, ਮੈਂ ਜਿਹੜੀ ਮਰਜ਼ੀ ਚੀਜ਼ ਨਾਲ ਮਰਾਂ, ਮੈਂ ਤਾਂ ਉਦੋਂ ਪਹਿਲਾਂ ਮਰ ਰਿਹਾ। ਤੁਹਾਨੂੰ ਵੀ ਚਿੰਬੜੂਗਾ ਉਹ ਆ ਕੇ, ਕਿ ਅਗਲਾ ਕਹੂਗਾ ਕਿ ਭਾਈ ਤੈਨੂੰ ਵੀ ਕੋਈ ਨਹੀਂ, ਤੈਨੂੰ ਕਰੋਨਾ ਨਾਲ ਨਹੀਂ ਮਰਦਾ ਤਾਂ ਕਿਸੇ ਨੂੰ ਲੈ ਕੇ ਤਾਂ ਮਰੀਏ, ਕਿਸੇ ਨੂੰ ਲੈ ਕੇ ਤਾਂ ਮਰੀਏ। ਜਦੋਂ ਉਹ ਇਸ ਸਿਸਟਮ ਦੇ ਪੀੜਤ ਨੇ, ਤਾਰਾਂ ਦਿੱਲੀ ਤੋਂ ਹਿੱਲਣ ਜਾਂ ਚੰਡੀਗੜ੍ਹ ਦੇ ਵਿੱਚ ਏਸੀ ਕਮਰਿਆਂ 'ਚ ਬੈਠ ਕੇ, ਜੇ ਉਹ ਸਾਰੇ ਪੈਕੇਜ 20 ਲੱਖ ਕਰੋੜ ਵਰਗੇ ਪੈਕੇਜ, ਜਾਂ ਚੰਡੀਗੜ੍ਹ ਦੇ ਏਸੀ ਕਮਰਿਆਂ 'ਚ ਬੈਠੀ ਬਿਊਰੋਕਰੇਸੀ ਤੇ ਸਾਡੇ ਚੁਣੇ ਹੋਏ ਲੀਡਰ ਲੋਕਾਂ ਦੇ ਪੱਖ ਤੋਂ, ਅਤੇ ਸੜਕਾਂ 'ਤੇ ਉਤਰ ਕੇ ਤੇ ਖੇਤਾਂ ਵਿੱਚ ਜਾ ਕੇ ਜਾਂ ਖੇਤਾਂ ਦੇ ਪੱਖ ਤੋਂ ਬੱਤਰ ਨੂੰ ਮਹਿਸੂਸ ਕਰਦੇ ਹਾਂ ਕਿ ਬੱਤਰ ਕੀ ਹੁੰਦਾ ਤੇ ਕਦ ਆਉਂਦਾ ਤੇ ਕਿੰਨਾ ਕੁ ਟਾਈਮ ਚਾਹੀਦਾ ਉਹਦੇ ਲਈ, ਉਦੋਂ ਤੱਕ ਮੁਲਕ ਦੀ ਅਰਥ ਵਿਵਸਥਾ ਥਾਂ ਸਰਾਣੇ ਨਹੀਂ ਆ ਸਕਦੀ। ਇਸ ਕਰਕੇ ਮਜ਼ਦੂਰ ਤੇ ਕਿਸਾਨ ਦੇ ਨਾਲ ਖਲੋਣਾ ਜ਼ਰੂਰੀ ਹੈ। ਤੇ ਇਹ 20 ਲੱਖ ਕਰੋੜ ਵਿੱਚੋਂ, ਜਿਸ ਤਰ੍ਹਾਂ ਹਮੀਰ ਸਿੰਘ ਜੀ ਨੇ ਕਿਹਾ ਕਿ ਕੁਝ ਹਿੱਸਾ ਆਮ ਲੋਕਾਂ ਦੀ, ਗਰੀਬਾਂ ਦੀ, ਕਿਰਤੀਆਂ ਦੀਆਂ ਜੇਬਾਂ ਤੱਕ ਜ਼ਰੂਰ ਪਹੁੰਚੇ। ਹਮੀਰ ਸਿੰਘ ਜੀ, ਤੁਸੀਂ ਸਾਨੂੰ TV ਪੰਜਾਬ ਤੇ ਸਾਡੇ ਦਰਸ਼ਕਾਂ ਨੂੰ ਆਪਣਾ ਸਮਾਂ ਦਿੱਤਾ ਕੀਮਤੀ। ਤੁਹਾਡੇ ਨਾਲ ਗੱਲਬਾਤ ਦਾ ਸਿਲਸਿਲਾ ਅਸੀਂ ਅੱਗੇ ਲਈ ਵੀ ਜਾਰੀ ਰੱਖਾਂਗੇ। ਤਦ ਤੱਕ ਲਈ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।